गौरव शुक्ला मैं हाँ तुहाडे नाल सूबे दे विच इस समय बसां दी बहुत चर्चा हो रही है। जी हाँ, बसां जिहड़ियां चंडीगढ़ आउंदियां ने पंजाब तो या फिर पंजाब दे विचों किसी होर स्टेट दे विच जांदियां ने, चाहे हरियाणा दे विच जांदियां होण, राजस्थान वाले पासे जांदियां होण, हिमाचल या J&K। खूब चर्चा दे विचाले जिक्र एक बार फिर तो पंजाब दी सियासत दे विच बादलां दियां बसां दा हो रहा है। ਸਾਡੇ ਨਾਲ ਅੱਜ ਇਸ ਖਾਸ ਗੱਲਬਾਤ ਦੇ ਵਿੱਚ ਖਾਸ ਪ੍ਰੋਗਰਾਮ ਦੇ ਵਿੱਚ ਸੂਬੇ ਦੇ ਬੱਸਾਂ ਵਾਲੇ ਮੰਤਰੀ ਜਾਂ ਕਹੀਏ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੀ ਜੁੜ ਰਹੇ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ। ਧੰਨਵਾਦ ਗੌਰਵ ਸ਼ੁਕਲਾ ਜੀ ਤੇ ਨਿਊਜ਼ 18 ਦਾ ਬਹੁਤ ਬਹੁਤ ਧੰਨਵਾਦ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਵੀ ਸਾਡੇ ਨਾਲ ਰਹਿਣਗੇ, ਗੱਲਬਾਤ ਅਸੀਂ ਕਰਾਂਗੇ। ਸਰ ਮੈਂ ਸ਼ੁਰੂਆਤ ਕਰਦਾ ਪੰਜਾਬ ਦੇ ਲੋਕ ਸਮਝਣਾ ਚਾਹੁੰਦੇ ਨੇ ਕਿ ਜਿਹੜਾ ਤੁਸੀਂ ਡਿਸੀਜਨ ਲਿਆ ਕਰੀਬ 24 ਘੰਟੇ ਪਹਿਲਾਂ कि चंडीगढ़ दे विच प्राइवेट बसां नहीं आउणगीਆਂ पंजाब वाले पासे तो दस दो कि उसका सीधा इंपैक्ट की है, उस दे पिछे की कुछ पूरी प्लैनिंग है तुहाडी। एक तो सरदार सुखबीर सिंह बादल ने कहा कि साडे नाल पॉलिटिक्स हो रही है, राजनीति हो रही है। इत्थे मैं ये दसां कि राजनीति जे आम आदमी पार्टी ने करनी हुंदी ते 8 महीने सरकार बनी नूं होए आ, 8 महीने पहलां ही ये काम हुंदे। ਅਸੀਂ ਜੋ ਕੀਤਾ ਕਾਨੂੰਨ ਹੱਥ 'ਚ ਲੈਣ ਤੋਂ ਬਿਨਾਂ ਕੀਤਾ, ਕਾਨੂੰਨ ਦੇ ਆਧਾਰ ਤੇ ਕੀਤਾ। ਇਹ ਜਿਹੜੇ ਇਹਨਾਂ ਨੇ ਪਰਮਿਟ ਲਏ ਆ, ਪਹਿਲਾਂ ਤੇ ਮੈਂ ਤੁਹਾਨੂੰ ਪਰਮਿਟ ਵਿਖਾਊਂਗਾ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕੈਮਰਾ ਜਿਹੜਾ ਇਹ ਜਿਹੜੇ ਪਰਮਿਟ ਇਹਨਾਂ ਨੇ ਆਪ ਹੀ ਲਏ, ਉਹਦੇ ਬਾਅਦ ਮੈਂ ਦੱਸੂਗਾ ਕਿ ਕਿਵੇਂ ਇਹਨਾਂ ਨੇ ਪਰਮਿਟ ਲਏ। ਆ ਤੁਸੀਂ ਵੇਖ ਸਕਦੇ ਜੇ ਇਹਨਾਂ ਦੇ ਸਾਥੀਆਂ ਦੇ ਲਿਬੜਾ ਉਹਦੇ ਬਾਅਦ ਔਰਬਿਟ ਇਹਨਾਂ ਦੀ ਖੁਦ ਹੀ ਟਰਾਂਸਪੋਰਟ ਹੈ। ਔਰਬਿਟ ਆ ਇੱਥੋਂ 10 ਨੰਬਰ ਤੋਂ ਔਰਬਿਟ ਚੱਲ ਪਈ ਤੇ ਔਰਬਿਟ ਹੀ ਚੱਲੀ ਜਾ ਰਹੀ ਆ। ਤੇ ਜਿੰਨੇ ਮੁਨਾਫੇ ਵਾਲੇ ਰੂਟ ਫਾਜ਼ਿਲਕਾ ਚੰਡੀਗੜ੍ਹ, ਸੰਗਰੂਰ ਤੋਂ ਚੰਡੀਗੜ੍ਹ, ਬਠਿੰਡਾ ਤੋਂ ਚੰਡੀਗੜ੍ਹ, ਬੋਰ ਤੋਂ ਸਾਰੇ ਔਰਬਿਟ ਦੇ ਕੋਲ ਆ ਪੇਜ 10 ਤੋਂ ਲੈ ਕੇ ਆ ਵੇਖੋ ਔਰਬਿਟ ਆ 39 ਤੱਕ ਐਂਡ ਤੱਕ ਔਰਬਿਟ ਆ। ਅੰਮ੍ਰਿਤਸਰ ਤੋਂ ਚੰਡੀਗੜ੍ਹ, ਜਲੰਧਰ ਤੋਂ ਚੰਡੀਗੜ੍ਹ, ਬਟਾਲੇ ਤੋਂ ਚੰਡੀਗੜ੍ਹ, ਪਠਾਨਕੋਟ ਤੋਂ, ਗੁਰਦਾਸਪੁਰ ਤੋਂ, ਹੁਸ਼ਿਆਰਪੁਰ ਤੋਂ, ਫਾਜ਼ਿਲਕਾ, ਮਾਨਸਾ, ਜਿੰਨੇ ਚੰਗੇ ਮਲਾਈਦਾਰ ਪਰਮਿਟ। ਉਹਦੇ ਬਾਅਦ ਇਹਨਾਂ ਦੇ ਸੰਗੀ ਸਾਥੀ ਨਿਊ ਦੀਪ ਵਾਲੇ ਡਿੰਪੀ ਢਿੱਲੋਂ ਨਹੀਂ ਜਿਹੜੇ ਇਹਨਾਂ ਦੇ ਪਹਿਲੀ ਕਤਾਰ ਦੇ ਆਗੂ ਆ। ਜੇ ਆਪਾਂ ਜੁਝਾਰ ਬਾਸ ਦੀ ਗੱਲ ਕਰ ਲਈਏ, ਲਿਬੜਾ ਦੀ ਗੱਲ ਕਰ ਲਈਏ, ਉਹ ਇਹਨਾਂ ਦੇ ਸੰਗੀ ਸਾਥੀ 50 ਦੇ ਕਰੀਬ 73 ਚੋਂ 50 ਦੇ ਕਰੀਬ ਜਿਹੜੇ ਪਰਮਿਟ ਆ ਉਹ ਇਹਨਾਂ ਦੇ ਆ। ਬਾਕੀ ਰਹੇ 23 ਪਰਮਿਟ ਵੀ ਜਿਹੜੇ ਆ ਉਹ ਸਿਰਫ ਲੋਕਾਂ ਦੇ ਨਾਮ ਵਰਤੇ ਗਏ ਆ। ਉਹ ਬੱਸਾਂ ਇਹਨਾਂ ਦੀਆਂ ਹੀ ਚੱਲ ਰਹੀਆਂ ਨੇ, ਇਹਨਾਂ ਪਰਿਵਾਰਾਂ ਦੀਆਂ ਚੱਲ ਰਹੀਆਂ। ਮੰਤਰੀ ਸਾਹਿਬ ਤੁਸੀਂ ਬਾਦਲਾਂ ਤੇ ਥੋੜਾ ਜਿਹਾ ਛੇਤੀ ਪਹੁੰਚ ਗਏ। ਬੇਸਿਕਲੀ ਲੋਕ ਪਹਿਲਾਂ ਇਹੀ ਸਮਝਣਾ ਚਾਹੁੰਦੇ ਨੇ ਕਿ ਇਹ ਬੱਸਾਂ ਹੁਣ ਚੰਡੀਗੜ੍ਹ 'ਚ ਐਂਟਰ ਨਹੀਂ ਹੋਣਗੀਆਂ। ਜੇ ਨਹੀਂ ਹੋਣਗੀਆਂ ਤੇ ਇਹਦੇ ਪਿੱਛੇ ਵਜ੍ਹਾ ਕੀ ਹੈ? ਵਜ੍ਹਾ ਵੇਖੋ, ਇੱਕ ਸਟੇਟ ਤੋਂ ਜਦੋਂ ਦੂਜੀ ਸਟੇਟ ਨੂੰ ਕੋਈ ਪਰਮਿਟ ਲੈਣਾ ਹੁੰਦਾ ਪ੍ਰਾਈਵੇਟ AC ਬੱਸ ਦਾ, ਠੀਕ ਹੈ, ਉਹਦੇ 'ਚ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਜਿਹੜੀ ਆ ਉਹ ਪਹਿਲਾ ਕਦਮ ਹੀ ਇਹੋ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ। ਜਿਹੜਾ ਕਿ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰ ਬਣਦੇ 1997 ਦੇ 10ਵੇਂ ਮਹੀਨੇ ਦੇ ਵਿੱਚ ਜਿਹੜੀ 1990 ਦੀ ਟਰਾਂਸਪੋਰਟ ਪਾਲਿਸੀ ਬਣੀ, ਉਹਦੇ ਵਿੱਚ ਸੋਧ ਕੀਤੀ। ਸੋਧ ਕਰਕੇ ਉਹਦੇ 'ਚ ਸ਼ਰਤਾਂ ਇਹੋ ਜਿਹੀਆਂ ਰੱਖੀਆਂ, ਨਿਯਮ ਇਹੋ ਜਿਹੇ ਰੱਖੇ ਕਿ ਜਿਹੜੀ ਇਹਨਾਂ ਦੀ ਕੰਪਨੀ ਤੇ ਇਹਨਾਂ ਦੇ ਸੰਗੀ ਸਾਥੀਆਂ ਦੀਆਂ ਕੰਪਨੀਆਂ ਪੂਰੀਆਂ ਕਰਦੀਆਂ ਸਨ, ਉਹ ਸ਼ਰਤਾਂ ਰੱਖੀਆਂ ਗਈਆਂ। ਉਹਦੇ 'ਚ ਇਹਨਾਂ ਦੇ ਸਾਥੀਆਂ ਨੇ ਤੇ ਇਹਨਾਂ ਦੀ ਕੰਪਨੀ ਨੇ ਅਪਲਾਈ ਕਰਕੇ ਪਰਮਿਟ ਉਹਨਾਂ ਨੂੰ ਦੇ ਦਿੱਤੇ ਗਏ, ਜਿਸ 'ਚੋਂ ਕੇਂਦਰ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ। ਜਿਹੜਾ ਕਿ ਪਹਿਲਾ ਕਦਮ ਇਹ ਕਿ ਕੇਂਦਰ ਤੋਂ ਮਨਜ਼ੂਰੀ ਲੈਣੀ ਆ। ਉਹ ਪਰਮਿਟ ਲੈ ਕੇ ਬੱਸਾਂ ਚੰਡੀਗੜ੍ਹ ਨੂੰ ਤੋਰ ਦਿੱਤੀਆਂ ਗਈਆਂ। ਜਦੋਂ ਸਰਕਾਰ ਬਦਲੀ 2002 ਦੇ ਵਿੱਚ ਕਿਸੇ ਵਿਅਕਤੀ ਨੇ ਰਿਟ ਪਟੀਸ਼ਨ ਦਾਇਰ ਕੀਤੀ। 2003 ਦੇ ਵਿੱਚ ਇਹ ਪਰਮਿਟ ਮਾਨਯੋਗ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੇ ਗਏ। ਇਹ ਗਲਤ ਤਰੀਕੇ ਨਾਲ ਪਰਮਿਟ ਦਿੱਤੇ ਗਏ ਆ। ਉਹਦੇ ਬਾਅਦ ਫਿਰ ਇਹਨਾਂ ਨੇ 2011 ਚ ਇਹਨਾਂ ਦੀ ਸਰਕਾਰ ਸੀ, 2007 ਚ ਬਣ ਗਈ, ਇਹ ਧੱਕੇ ਨਾਲ ਚਲਾਈ ਗਏ ਬੱਸਾਂ ਜੀ। ਉਹ ਬੱਸਾਂ ਇੱਕ ਵਾਰ ਖੜ ਗਈਆਂ, ਉਹਦੇ ਬਾਅਦ ਫਿਰ ਇਹਨਾਂ ਨੇ ਚਾਲੂ ਰੱਖੀਆਂ ਬੱਸਾਂ। 2011 ਚ ਫਿਰ ਇਹਨਾਂ ਨੇ ਪਰਮਿਟ ਚਾਲੂ ਕਰਕੇ ਫਿਰ ਬੱਸਾਂ ਚਲਾਉਣੀਆਂ ਸ਼ੁਰੂ ਕਰਤੀਆਂ। ਮਤਲਬ ਤੁਸੀਂ ਕਹਿ ਰਹੇ ਹੋ ਜਦੋਂ ਕਾਂਗਰਸ ਦਾ ਸਮਾਂ ਸੀ 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਸੀ, ਉਦੋਂ ਬੱਸਾਂ ਬੰਦ ਹੋ ਗਈਆਂ? ਬੰਦ ਨਹੀਂ ਹੋਈਆਂ, ਸਿਰਫ ਮਾਨਯੋਗ ਹਾਈ ਕੋਰਟ ਨੇ ਬੰਦ ਕੀਤੀਆਂ ਤੇ ਇਹਨਾਂ ਫਿਰ ਚਲਾ ਲਈਆਂ। ਅੱਛਾ, ਕੈਪਟਨ ਉਹਨਾਂ ਨੇ ਬੰਦ ਨਹੀਂ ਕਰਵਾਈਆਂ? ਨਹੀਂ ਬੰਦ ਕੀਤੀਆਂ, ਮਾਨਯੋਗ ਹਾਈ ਕੋਰਟ ਨੇ 2003 ਚ ਬੰਦ ਕੀਤੀਆਂ। ਪਰਮਿਟ ਸਾਰੇ ਦੇ ਸਾਰੇ ਰੱਦ ਕਰਤੇ ਸੀ ਨਾ। ਹਾਈ ਕੋਰਟ ਨੇ ਕਿਹਾ ਕਿ ਇਹ ਗਲਤ ਤਰੀਕੇ ਨਾਲ ਪਰਮਿਟ ਦਿੱਤੇ ਗਏ ਆ। ਕਾਂਗਰਸ ਸਰਕਾਰ ਨੇ ਨਹੀਂ, ਉਹ ਕਿਉਂਕਿ ਆ 2003 ਦਾ ਸਾਰੀਆਂ ਪਾਲਿਸੀਆਂ 2003 ਚ ਜਿਹੜਾ ਜੋ ਕੁਝ ਹੋਇਆ ਉਹ ਸਾਰਾ ਕੁਝ ਮੈਂ ਤੁਹਾਨੂੰ ਪੇਪਰ ਦੇ ਕੇ ਜਾਊਂਗਾ, ਸਾਰੇ ਉਹ ਨਾਲ ਲੱਗੇ ਆ ਪੇਪਰ। ਜਿਹੜਾ 2003 ਦੇ ਵਿੱਚ ਆ ਤੁਸੀਂ ਵੇਖ ਸਕਦੇ ਜਾਂ ਵੇਖੋ 1990 ਦੀ ਪਾਲਿਸੀ ਨੂੰ 1997 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਸੋਧ ਕਰਕੇ ਚਲਾ ਗਿਆ। 2003 ਚ ਆ ਤੁਸੀਂ ਵੇਖ ਸਕਦੇ ਕੋਰਟ ਨੇ ਇਹਨਾਂ ਨੂੰ ਜਿਹੜਾ ਮਹਾਰਾਜਾ ਟਰੈਵਲ ਵਰਸਸ ਸਟੇਟ ਆਫ ਪੰਜਾਬ ਸਾਰੇ ਜਿਹੜੇ 2003 ਦੇ ਵਿੱਚ ਇਹਨਾਂ ਦਾ ਜਿਹੜਾ ਇਹ ਰੱਦ ਕਰਨ ਦਾ ਇਹ ਕਾਂਗਰਸ ਗਵਰਨਮੈਂਟ ਨੇ ਨਹੀਂ ਬੰਦ ਕੀਤਾ। ਉਹਦੇ ਬਾਅਦ ਇਹ ਬੱਸਾਂ ਫੇਰ ਚੱਲਦੀਆਂ ਰਹੀਆਂ। ਇਹ ਬੱਸਾਂ ਚੱਲਦੀਆਂ ਰਹੀਆਂ 2021 ਦੇ ਵਿੱਚ
ਇਹ ਟਰਾਂਸਪੋਰਟ ਮੰਤਰੀ ਜਿਹੜੇ ਪਿਛਲੇ ਕਾਂਗਰਸ ਗਵਰਨਮੈਂਟ ਦੇ ਰਹੇ ਰਾਜਾ ਵੜਿੰਗ, ਉਹਨਾਂ ਨੇ ਇਹ ਬੱਸਾਂ ਬਗੈਰ ਕਿਸੇ ਲੀਗਲ ਨੋਟਿਸ ਤੋਂ ਬਿਨਾ ਇਹ ਬੰਦ ਕਰਾਤੀਆਂ। ਜੇ ਕਾਂਗਰਸ ਗਵਰਨਮੈਂਟ ਦੀ ਨੀਤੀ ਹੁੰਦੀ ਕਿ ਬੱਸਾਂ ਬੰਦ ਕਰਨੀਆਂ, ਵਾਕਈ ਉਹ ਬਕਾਇਦਾ ਪ੍ਰੋਸੈਸ 'ਚ ਚੱਲਦੇ, ਪਹਿਲਾਂ ਲੀਗਲ ਨੋਟਿਸ ਭੇਜਦੇ, ਕਾਨੂੰਨ ਅਨੁਸਾਰ ਕਾਰਵਾਈ ਕਰਦੇ, ਤੇ ਬੱਸਾਂ ਉਦੋਂ ਦੀਆਂ ਬੰਦ ਹੋਣੀਆਂ ਸਨ। 1997 ਤੋਂ ਲੈ ਕੇ 2022 ਤੱਕ 25 ਸਾਲ ਇਹ ਬੱਸਾਂ ਚੱਲ ਗਈਆਂ। 25 ਸਾਲ ਬੱਸਾਂ 10 ਸਾਲ ਵਿੱਚੋਂ ਕਾਂਗਰਸ ਦੀ ਗਵਰਨਮੈਂਟ ਵੀ ਰਹੀ ਆ, ਤੇ 10 ਸਾਲ ਉਹ ਵੀ ਗਵਰਨਮੈਂਟ ਦੇ ਵਿੱਚ ਇਹ ਬੱਸਾਂ ਚੱਲਦੀਆਂ ਰਹੀਆਂ। ਤੇ ਕਿਤੇ ਨਾ ਕਿਤੇ ਤੇ ਇਹੋ ਹੀ ਆ ਨਾ, ਇਹ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਕੰਮਾਂ ਤੇ ਪਰਦੇ ਪਾਉਂਦੀਆਂ ਰਹੀਆਂ, ਇੱਕ ਦੂਜੇ ਨਾਲ ਰਲ ਕੇ ਚੱਲਦੀਆਂ ਰਹੀਆਂ। ਜੀ ਥੋੜਾ ਜਿਹਾ ਇਹਦੇ 'ਚ ਇਹ ਕਲੈਰੀਫਾਈ ਕਰੋ ਵੀ ਜਿਹੜੀਆਂ ਬੱਸਾਂ ਸਿਰਫ ਤੁਸੀਂ ਚੰਡੀਗੜ੍ਹ 'ਚ ਐਂਟਰੀ ਇੰਟਰਸਟੇਟ ਦੀ ਗੱਲ ਕਰ ਰਹੇ ਹੋ ਜਾਂ ਓਵਰਆਲ ਹੀ ਜਿਹੜੀਆਂ ਸੜਕਾਂ ਤੇ ਚੱਲਦੀਆਂ ਸੀ ਕਿਸੇ ਵੀ ਪਾਸੇ ਨੂੰ? ਨਾ ਇਹ ਜਿਵੇਂ ਇਹ ਬੱਸਾਂ ਏਸੀ ਬੱਸਾਂ ਹਰੇਕ ਜ਼ਿਲ੍ਹੇ ਤੋਂ ਚੱਲਦੀਆਂ ਰਹੀਆਂ, ਅੰਮ੍ਰਿਤਸਰ ਤੋਂ ਚੱਲਦੀਆਂ ਰਹੀਆਂ, ਜਲੰਧਰ ਤੋਂ ਚੱਲਦੀਆਂ ਰਹੀਆਂ, ਤੇ ਚੰਡੀਗੜ੍ਹ ਪਹੁੰਚਦੀਆਂ ਰਹੀਆਂ। ਤੇ ਇਹ ਵੇਖੋ ਜਿਹੜੀਆਂ ਪੰਜਾਬ ਗਵਰਨਮੈਂਟ ਦੀਆਂ ਪਨ ਬੱਸ ਦੀਆਂ ਜਾਂ ਪੀਆਰਟੀਸੀ ਦੀਆਂ ਬੱਸਾਂ ਚੱਲਦੀਆਂ ਸਨ, ਉਹਨਾਂ ਤੇ ਸਵਾਰੀਆਂ ਕਿਸੇ ਤੇ 50%, ਕਿਸੇ ਤੇ 40%, ਕਿਸੇ ਤੇ 30% ਹੋਣੀਆਂ, ਤੇ ਇਹਨਾਂ ਦੀਆਂ ਬੱਸਾਂ ਲੱਦੀਆਂ ਆਉਣੀਆਂ। ਉਹ ਸਵਾਰੀ ਜਿਹੜੀ ਆ ਉਹ ਪੰਜਾਬ ਗਵਰਨਮੈਂਟ ਦੀ ਬੱਸ ਤੇ ਚੜ੍ਹਨੀ ਸੀ, ਉਹ ਸਵਾਰੀ ਇਹ ਲੈ ਕੇ ਆਉਂਦੇ ਰਹੇ, ਤੇ ਬੜਾ ਵੱਡਾ ਨੁਕਸਾਨ ਕੀਤਾ ਇਹਨਾਂ ਨੇ ਪੰਜਾਬ ਦਾ। ਤੇ ਜੇ ਆਪਾਂ ਗੱਲ ਕਰੀਏ ਕਾਂਗਰਸ ਗਵਰਨਮੈਂਟ ਦੀ ਜਾਂ ਅਕਾਲੀ ਦਲ ਗਵਰਨਮੈਂਟ ਦੀ, ਸਮੇਂ-ਸਮੇਂ ਤੇ ਉਹ ਪਰਮਿਟ ਉਹ ਬੱਸਾਂ ਚੱਲਦੀਆਂ ਰਹੀਆਂ। ਤੇ ਇਹ ਨਹੀਂ ਸੀ ਕਿ ਇਹਨਾਂ ਲੀਡਰਾਂ ਨੂੰ, ਮੁੱਖ ਮੰਤਰੀਆਂ ਨੂੰ ਜਾਂ ਮੰਤਰੀਆਂ ਨੂੰ ਇਹ ਪਤਾ ਨਹੀਂ ਸੀ ਕਿ ਨਜਾਇਜ਼ ਬੱਸਾਂ ਚੱਲਦੀਆਂ। ਸਾਰਾ ਕੁਝ ਪਤਾ ਹੋਣ ਦੇ ਬਾਵਜੂਦ 25 ਸਾਲ ਲੰਮਾ ਸਮਾਂ ਇਹ ਨੈਕਸਸ ਜਿਹੜਾ ਰਲ ਮਿਲ ਕੇ ਚੱਲਦਾ ਰਿਹਾ। ਮੰਤਰੀ ਇੱਕ ਵਾਰੀ ਦੁਬਾਰਾ ਕਲੀਅਰ ਕਰੋ। ਮੈਂ ਪੜ੍ਹ ਰਿਹਾ ਸੀ ਜਿਹੜੀ 2018 ਦੇ ਵਿੱਚ ਸੋਧ ਹੋਈ ਹੈ, ਤੁਸੀਂ ਜਿਹੜਾ ਬਿਆਨ ਜਾਰੀ ਕੀਤਾ ਉਸ ਦੇ ਵਿੱਚ ਤੁਸੀਂ ਮੈਂਸ਼ਨ ਕੀਤਾ ਹੋਇਆ ਬਕਾਇਦਾ ਕਿ ਜਿਹੜੀ 2018 ਦੇ ਵਿੱਚ ਸੋਧ ਹੋਈ ਸੀ ਉਸ ਦਾ ਜਿਹੜਾ 3 ਨੰਬਰ ਕਲੋਜ਼ ਆ, ਉਸ ਦੇ ਵਿੱਚ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਇੰਟਰ ਸਟੇਟ ਰੂਟਸ, ਉਸ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ 100% ਸਟੇਟ ਦਾ ਸ਼ੇਅਰ ਹੋਣਾ ਚਾਹੀਦਾ ਹੈ, ਜੇਕਰ ਕੋਈ ਪ੍ਰਾਈਵੇਟ ਹੈ ਤਾਂ ਉਹ ਜ਼ੀਰੋ। ਉਹ ਆਲਰੇਡੀ ਸੀ, ਤੁਸੀਂ ਨਵਾਂ ਕੀ ਕੀਤਾ? ਉਹ ਤਾਂ ਆਲਰੇਡੀ ਸੀ ਆਦੇਸ਼, ਉਸ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਇਆ, ਮੈਂ ਉਸ ਨੂੰ ਪੜ੍ਹ ਰਿਹਾ ਸੀ ਕਿ 15 ਕਿਲੋਮੀਟਰ ਦਾ ਇੱਕ ਜਿਹੜਾ ਬੱਸਾਂ ਜਿਨ੍ਹਾਂ ਨੂੰ ਪਰਮਿਟ ਹੋਇਆ, ਜਿਵੇਂ ਸਪੋਜ਼ ਕਰ ਲਓ ਕਿ ਅੰਮ੍ਰਿਤਸਰ ਤੋਂ ਮੋਹਾਲੀ ਤੱਕ ਉਹਨਾਂ ਨੂੰ ਪਰਮਿਟ ਮਿਲ ਗਿਆ, ਤਾਂ ਅੱਗੇ 15 ਕਿਲੋਮੀਟਰ ਉਹ ਦੂਜੀ ਸਟੇਟ ਦੇ ਵਿੱਚ ਜਾ ਸਕਦੇ ਆ, ਐਕਸਟੈਂਡ ਕਰ ਸਕਦੇ ਆ, ਉਹ ਵੀ ਹੁੰਦਾ। ਤੁਸੀਂ ਨਵਾਂ ਕੀ ਕੀਤਾ? ਮਤਲਬ ਕਿਵੇਂ ਤੁਸੀਂ ਬੱਸਾਂ ਨੂੰ ਬੰਦ ਕਰਨ ਦਾ ਦਾਅਵਾ ਕਰ ਰਹੇ ਹੋ? ਵੇਖੋ, ਸੈਂਟਰ ਗਵਰਨਮੈਂਟ ਨੂੰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਣੀ ਹੈ, ਸੈਂਟਰ ਗਵਰਨਮੈਂਟ ਨੂੰ ਇਹ ਲਿਖਿਆ ਗਿਆ ਕਿ ਜਿਹੜੇ ਪਰਮਿਟ ਨੇ ਬੱਸਾਂ ਨੇ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੀਆਂ, ਇਹ ਨਜਾਇਜ਼ ਢੰਗ ਤਰੀਕੇ ਨਾਲ ਪਰਮਿਟ ਦਿੱਤੇ ਗਏ ਆ। ਤੇ ਵੇਖੋ, ਸੈਂਟਰ ਗਵਰਨਮੈਂਟ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਵਾਕਈ ਇਹ ਗਲਤ ਢੰਗ ਨਾਲ ਪਰਮਿਟ ਦਿੱਤੇ ਗਏ, ਬੱਸਾਂ ਬੰਦ ਹੋਣੀਆਂ ਚਾਹੀਦੀਆਂ। ਸੈਂਟਰ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਨੂੰ ਜਿਹੜਾ ਜਵਾਬ ਦਿੱਤਾ ਉਹ ਇਹੋ ਦਿੱਤਾ ਕਿ ਬੱਸਾਂ ਬੰਦ ਹੋਣੀਆਂ ਚਾਹੀਦੀਆਂ। ਉਹਦੇ ਬਾਅਦ ਅਸੀਂ ਜਿਹੜਾ ਚੰਡੀਗੜ੍ਹ ਗਵਰਨਮੈਂਟ ਨੂੰ ਲਗਾਤਾਰ ਅਸੀਂ ਉਹਨਾਂ ਦੇ ਰਾਬਤੇ ਦੇ ਵਿੱਚ, ਚੰਡੀਗੜ੍ਹ ਪ੍ਰਸ਼ਾਸਨ ਦੇ, ਉਹਨਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਸਾਡੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਇਹ ਭੇਜਿਆ ਗਿਆ, ਤੇ ਜਲਦੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਪੱਕੀ ਜਵਾਬ ਆਏਗਾ, ਇਹ ਬੱਸਾਂ ਜਿਹੜੀਆਂ ਬੰਦ ਹੋਣਗੀਆਂ। ਵੇਖੋ, ਅਸੀਂ ਕੀ ਕੀਤਾ, ਅਸੀਂ ਉਹ 73 ਬੱਸਾਂ ਜਿਹੜੀਆਂ ਨਜਾਇਜ਼ ਚੱਲ ਰਹੀਆਂ ਸਨ, ਜਿਹੜਾ ਲੰਮਾ ਸਮਾਂ ਚੱਲਦੀਆਂ, ਇਹ 2018 ਸੋਧ ਕੀਤੀ, ਪਰ ਬੱਸਾਂ ਤੇ ਨਹੀਂ ਨਾ ਰੋਕੀਆਂ ਗਈਆਂ, ਬੱਸਾਂ ਤੇ ਚੱਲੀ ਗਈਆਂ ਲਗਾਤਾਰ। ਤੁਸੀਂ ਕਹਿ ਰਹੇ ਹੋ ਕਿ ਸੋਧ ਦੇ ਮੁਤਾਬਿਕ ਬੱਸਾਂ ਚੱਲ ਨਹੀਂ ਸਕਦੀਆਂ, ਬੰਦ ਹੋਣੀਆਂ ਚਾਹੀਦੀਆਂ ਸੀ, ਕਿਸੇ ਨੇ ਬੰਦ ਨਹੀਂ ਕੀਤੀ। ਨਹੀਂ, ਰਾਜਾ ਵੜਿੰਗ ਨੇ ਜਦੋਂ ਬੱਸਾਂ ਇੰਪਾਊਂਡ ਹੋਈਆਂ ਜਾਂ ਜੋ ਐਕਸ਼ਨ ਲਿਆ, ਉਸ ਦੇ ਵਿੱਚ ਵੀ ਜ਼ਿਕਰ ਸੀਗਾ ਕਿ ਟੈਕਸ ਨਹੀਂ ਭਰਾਇਆ ਇਹਨਾਂ ਨੇ, ਉਹਦੇ ਵਿੱਚ ਰੂਟ ਨੂੰ ਲੈ ਕੇ ਨਹੀਂ ਸੀ। ਜਿਵੇਂ ਇਹਨਾਂ ਟੈਕਸ ਦੀ ਗੱਲ ਕੀਤੀ ਕਿ ਟੈਕਸ ਨਹੀਂ ਭਰਿਆ, ਹਾਈ ਕੋਰਟ ਤੋਂ ਝਾੜ ਪੈ ਗਈ, ਬੱਸਾਂ ਛੱਡਣੀਆਂ ਪਈਆਂ, ਉਹ ਦੁਬਾਰਾ ਸੜਕਾਂ ਤੇ ਆ ਗਏ। ਜਿਹੜਾ ਟੈਕਸ ਸੀ ਉਹ ਤੇ ਟੈਕਸ ਤੇ ਰੂਟੀਨ 'ਚ ਪੇ ਕਰ ਰਹੇ ਸੀ ਇਹਨਾਂ ਨੂੰ, ਕਿਉਂਕਿ ਇਹ ਪਤਾ ਸੀ ਕਿ 2 ਨੰਬਰ 'ਚ ਚੱਲ ਰਹੀਆਂ, ਇਹਦਾ ਟੈਕਸ ਜੇ ਟੁੱਟ ਗਿਆ ਤੇ 2 ਨੰਬਰ ਦਾ ਕੰਮ ਤੇ ਅੱਗੇ ਹੀ ਤੁਹਾਡਾ ਗਲਤ ਹੋ ਰਿਹਾ। ਤੇ ਜਿਹੜਾ ਕਿ ਹੈਗਾ, ਜਿਹੜਾ ਬਕਾਇਦਾ ਸੀ, ਉਹ ਰੂਟ ਗਲਤ ਵਾਲਾ, ਪਰਮਿਟ ਗਲਤ ਵਾਲਾ ਸਿਸਟਮ ਸੀ। ਤੇ ਜਿਹੜਾ ਕਿ ਵੇਖੋ, ਜੇ ਕਰਨੀਆਂ ਵੀ ਸੀ ਬੰਦ, ਔਨ ਪ੍ਰੋਸੈਸ ਚੱਲਦੇ, ਪਹਿਲਾਂ ਲੀਗਲ ਨੋਟਿਸ ਭੇਜਦੇ, ਉਹਦੇ ਬਾਅਦ ਜੋ ਕਾਨੂੰਨੀ ਪ੍ਰੋਸੈਸ ਬੰਦਾ ਸੀ ਉਹ ਕਾਨੂੰਨੀ ਪ੍ਰੋਸੈਸ ਨਾਲ ਚਲਾਉਂਦੇ ਆਪੇ ਬੱਸਾਂ। ਪਰ ਕਿਤੇ ਨਾ ਕਿਤੇ ਇਹਨਾਂ ਦੀ ਸਿਰਫ ਪੋਲਿਟਿਕਸ ਸੀ, ਕਿਉਂਕਿ 2-3 ਮਹੀਨੇ ਬਾਅਦ ਇਲੈਕਸ਼ਨ ਸੀ, ਤੇ ਉਹ ਲੋਕਾਂ ਨੇ ਕਿਹਾ ਵੀ ਬੱਲੇ ਬੱਲੇ ਰਾਜੇ ਵੜਿੰਗ ਨੇ ਬੱਸਾਂ ਬੰਦ ਕਰਤੀਆਂ, ਵਾਹ ਖੱਟੀ। ਤੇ ਚਲੋ ਜਿੱਤ ਵੀ ਹੋਈ, ਜਿੱਤ ਵੀ ਉਹ ਆਪਾਂ ਵੇਖ ਸਕਦੇ ਹਾਂ ਜਦੋਂ ਕਿਸੇ ਬੰਦੇ ਦੀ ਪਬਲਿਸਿਟੀ ਵੱਧ ਹੋ ਜੇ, ਲਾਲਾ ਵੱਧ ਹੋ ਜੇ, ਵੀ ਇਹਦੇ ਪੰਜਾਬ ਲਈ, ਪੰਜਾਬ ਦੇ ਹੱਕਾਂ ਲਈ ਲੜਨ ਦਿਆ। ਅੱਛਾ, ਮਤਲਬ ਰਾਜਾ ਵੜਿੰਗ ਤਾਂ ਹੀ ਆਪਣੀ ਸੀਟ ਬਚਾ ਗਏ ਕਿ ਉਹਨਾਂ ਨੇ ਐਕਸ਼ਨ ਲਿਆ ਸੀ ਬੱਸਾਂ ਦੇ ਉੱਪਰ। ਜੇ ਕੋਈ ਵੀ ਬੰਦਾ ਜਦੋਂ ਇਲੈਕਸ਼ਨ ਦਾ ਦੌਰ ਆ ਤੇ ਸਰਕਾਰ ਦੇ ਵਿੱਚ ਉਹ ਏਡਾ ਵੱਡਾ ਐਕਸ਼ਨ ਲਊਗਾ, ਤੇ ਉਹਦਾ ਕਿਤੇ ਨਾ ਕਿਤੇ ਲੋਕਾਂ ਤੇ ਬੈਨੀਫਿਟ ਜਾਣਾ ਹੀ ਹੈ ਨਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਤੇ ਜਾਣੀ ਵੀ ਪੰਜਾਬ ਲਈ ਲੜ ਰਿਹਾ। ਪਰ ਉਹ ਕਿਤੇ ਨਾ ਕਿਤੇ ਪੋਲੀਟੀਕਲ ਜਿਹੜਾ ਸਟੰਟ ਸੀ, ਉਹ ਪੋਲੀਟੀਕਲ ਸਟੰਟ ਉਦੋਂ ਸਾਰਾ ਖੁੱਲ ਗਿਆ, ਪਰਦਾਫਾਸ਼ ਹੋ ਗਿਆ, ਜਦੋਂ ਹਾਈ ਕੋਰਟ ਨੇ ਫੇਰ ਰਾਹਤ ਦਿੱਤੀ। ਤੇ ਹਾਈ ਕੋਰਟ, ਸੁਪਰੀਮ ਕੋਰਟ ਨੇ ਰਾਹਤ ਤਾਂ ਹੀ ਦਿੱਤੀ ਜੇ ਇਹਨਾਂ ਨੇ ਉੱਥੇ ਬਲੇਮ ਇਹੋ ਹੀ ਕੀਤਾ, ਸੁਖਬੀਰ ਬਾਦਲ ਐਂਡ ਕੰਪਨੀ ਨੇ, ਕਿ ਸਾਨੂੰ
ਸਾਨੂੰ ਲੀਗਲ ਨੋਟਿਸ ਨਹੀਂ ਦਿੱਤਾ ਗਿਆ, ਸਾਡੀਆਂ ਪੋਲਿਟਿਕਸ ਕਰਕੇ ਸਾਡੀਆਂ ਬੱਸਾਂ ਬੰਦ ਕੀਤੀਆਂ, ਕਿਉਂਕਿ ਅਸੀਂ ਅਕਾਲੀ ਦਲ ਨਾਲ ਤੇ ਗਵਰਨਮੈਂਟ ਕਾਂਗਰਸ ਦੀ ਆ, ਕਾਂਗਰਸ ਦਾ ਟਰਾਂਸਪੋਰਟ ਮੰਤਰੀ ਆ ਤੇ ਉਹ ਹਾਈ ਕੋਰਟ ਤੇ ਦੇਖੋ ਆਪਣੇ ਵਰਗੇ ਹੀ ਜਿਹੜੇ ਭੈਣ ਭਰਾ ਜੱਜ ਬਣ ਕੇ ਬੈਠੇ ਆ, ਉਹਨਾਂ ਵੀ ਸਮਝਿਆ ਵੀ ਵਾਕਈ ਇਹ ਤਾਂ ਫਿਰ ਤੁਹਾਡੇ ਨਾਲ ਵੀ ਹੋਊਗਾ। ਬੱਸਾਂ ਅਕਾਲੀ ਦਲ ਵਾਲਿਆਂ ਦੇ ਉੱਤੇ ਇਲਜ਼ਾਮ ਹੈ ਤੇ ਮੰਤਰੀ ਹੈਗੇ ਨੇ ਆਮ ਆਦਮੀ ਪਾਰਟੀ ਪਰ ਆਪਾਂ ਲੀਗਲ ਨੋਟਿਸ ਦੇ ਕੇ ਕੰਮ ਸ਼ੁਰੂ ਕੀਤਾ ਨਾ, ਇਹਨਾਂ ਲੀਗਲ ਨੋਟਿਸ ਜਿੱਥੋਂ ਨਹੀਂ ਦਿੱਤਾ ਉੱਥੋਂ ਗੜਬੜ ਹੋ ਗਿਆ। ਜੋ ਕਾਨੂੰਨੀ ਪ੍ਰੋਸੈਸ ਉਹ ਤੇ ਸਾਰਾ ਕਰਨਾ ਪੈਣਾ ਨਾ। ਬਿਲਕੁਲ ਸਾਹਿਬ, ਇਹਦੇ ਚ ਇੱਕ ਚੀਜ਼ ਹੋਰ ਹੈ, ਜਦੋਂ ਆਪਾਂ ਬਾਦਲਾਂ ਦੀਆਂ ਬੱਸਾਂ ਦਾ ਜ਼ਿਕਰ ਕਰਦੇ ਆਂ, ਜਦੋਂ ਉੱਥੇ ਸ਼ਬਦ ਆ ਜਾਂਦਾ, ਬਾਦਲਾਂ ਦਾ ਸਰਨੇਮ ਆ ਜਾਂਦਾ, ਤਾਂ ਆਟੋਮੈਟਿਕਲੀ ਉਹ ਮੁੱਦਾ ਪੋਲਿਟਿਕਸ ਵਾਲੇ ਪਾਸੇ ਚਲਾ ਜਾਂਦਾ ਹੈ, ਜਾਂ ਕਿਹਾ ਜਾਂਦਾ ਹੈ ਕਿ ਇਹ ਪੋਲਿਟਿਕਸ, ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਪੋਲੀਟੀਕਲ ਮੁੱਦਾ ਬਣ ਜਾਂਦਾ ਹੈ। ਮੈਂ ਥੋੜਾ ਜਿਹਾ ਤੁਹਾਡੇ ਤੋਂ ਇਹ ਕਲੈਰਿਟੀ ਚਾਹੂੰਗਾ ਵੀ ਕੀ ਇਹ ਹਿਮਾਚਲ ਤੋਂ ਜਿਹੜੀਆਂ ਬੱਸਾਂ ਆਉਂਦੀਆਂ, ਹਰਿਆਣੇ ਤੋਂ ਜਿਹੜੀਆਂ ਬੱਸਾਂ ਆਉਂਦੀਆਂ, ਜਾਂ ਕਿਸੇ ਹੋਰ ਸਟੇਟ ਤੋਂ ਆਉਂਦੀਆਂ, ਇਹ ਸਾਰਿਆਂ ਤੇ ਲਾਗੂ ਹੁੰਦਾ? ਬਿਲਕੁਲ ਸਾਰਿਆਂ ਤੇ ਲਾਗੂ ਹੋਵੇਗਾ, ਯਾਨੀ ਕੋਈ ਪ੍ਰਾਈਵੇਟ ਬੱਸ ਹਿਮਾਚਲ ਚੋਂ ਵੀ ਇੱਥੇ ਨਹੀਂ ਆ ਸਕਦੀ, ਹਰਿਆਣੇ ਚੋਂ ਵੀ ਨਹੀਂ ਆ ਸਕਦੀ। ਜੇ ਕੇਂਦਰ ਸਰਕਾਰ ਤੋਂ ਮਨਜ਼ੂਰੀ ਲਈ ਆ, ਜੇ ਉਹਨਾਂ ਦਾ ਲੀਗਲ ਆ ਪਰਮਿਟ, ਫੇਰ ਆਪਾਂ ਨਹੀਂ ਰੋਕ ਸਕਦੇ। ਵੇਖੋ ਬਹੁਤੀਆਂ ਬੱਸਾਂ ਜਿਹੜੀਆਂ ਪੰਜਾਬ ਚ ਆਉਂਦੀਆਂ, ਹਿਮਾਚਲ ਹਰਿਆਣੇ ਤੋਂ ਟੂਰਿਸਟ ਬੱਸਾਂ ਆਉਂਦੀਆਂ, ਉਹ ਬਕਾਇਦਾ ਟੈਕਸ ਦਿੰਦੇ, ਜਿਹੜਾ ਕੋਈ ਟੈਕਸ ਨਹੀਂ ਦਿੰਦਾ ਸਟੇਟ ਦਾ ਟੈਕਸ, ਸਟੇਟ ਦਾ ਟੈਕਸ ਦਿੰਦੇ, ਜਦੋਂ ਐਂਟਰ ਹੁੰਦੇ ਉਹ ਆਪਾਂ ਨੂੰ ਦਿੰਦੇ ਆ। ਤੇ ਜਦੋਂ ਇਹ ਏਸੀ ਬੱਸਾਂ ਜਿਹੜੀਆਂ ਪ੍ਰਾਈਵੇਟ ਆ, ਉਹ ਚਲਾਉਣ ਲਈ ਕੇਂਦਰ ਸਰਕਾਰ ਦੀ ਪਲੱਸ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਦੀ ਜਿਹੜੀ ਮਨਜ਼ੂਰੀ ਲੈਣ ਤੋਂ ਬਿਨਾਂ ਨਹੀਂ ਚਲਾ ਸਕਦੇ। ਤੇ ਇੱਕ ਵੇਖੋ ਆਪਣਾ ਸ਼ੁਕਲਾ ਸਾਹਿਬ, ਮੈਂ ਇੱਥੇ ਇਹ ਦੱਸਣਾ ਚਾਹੂੰਗਾ, ਜੇ ਕੋਈ ਮੰਤਰੀ ਬਣਿਆ ਜਾਂ ਮੁੱਖ ਮੰਤਰੀ ਬਣਿਆ, ਲੋਕਾਂ ਨੇ ਚੁਣ ਕੇ ਭੇਜਿਆ ਹੁੰਦਾ ਕਿ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ, ਲੋਕਾਂ ਨੂੰ ਕੰਮ ਦੇਣ। ਇਹ ਨਹੀਂ ਕਿ ਜੇ ਆਪਾਂ ਮੰਤਰੀ ਬਣੇ, ਮੁੱਖ ਮੰਤਰੀ ਬਣੇ, ਆਪਣੀ ਸਰਕਾਰ ਆ, ਆਪਣੀ ਪਰਮਿਟ ਆ, ਆਪਣੀਆਂ ਹੀ ਬੱਸਾਂ, ਸਾਰਾ ਕੁਝ ਆਪਣਾ ਹੀ ਕਰ ਲਈਏ, ਆਪਦਿਆਂ ਨੂੰ ਆਪਾਂ ਪਰਮਿਟ ਦੇਈ ਜਾਈਏ। ਜੇ ਮੈਂ ਹੁਣ ਮੰਤਰੀ ਮੈਂ ਬਣਿਆ ਤੇ ਮੈਂ ਕਰਾਂ, ਮੈਂ ਆਪਦੇ ਰਿਸ਼ਤੇਦਾਰਾਂ ਦੇ ਨਾਂ ਪਰਮਿਟ ਦੇ ਦਿਆਂ, ਵਿੱਚ ਮੈਂ ਹਿੱਸੇ ਰੱਖ ਲਾਂ ਵੀ ਆਪਾਂ ਸਾਂਝੀ ਟਰਾਂਸਪੋਰਟ ਚਲਾ ਲਈਏ। ਸਾਡਾ ਕੰਮ ਆ, ਜੇ ਪੰਜਾਬ ਦੇ ਬੱਚੇ ਬੇਰੁਜ਼ਗਾਰ ਨੇ ਜਾਂ ਕੋਈ ਹੋਰ ਬਜ਼ੁਰਗ ਜਾਂ ਕੋਈ ਲੈਣਾ ਚਾਹੁੰਦਾ ਪਰਮਿਟ, ਸਾਡਾ ਫਰਜ਼ ਹੈ ਇੱਕ ਇੱਕ ਬੰਦੇ ਨੂੰ ਪਰਮਿਟ ਦਈਏ। ਜਿਹੜਾ ਕੋਈ ਬੇਰੁਜ਼ਗਾਰ ਉਹ ਆਪਣੇ ਕੰਮ ਤੇ ਲੱਗੇ, ਉਹ ਆਪਣੀ ਜੌਬ ਤੇ ਲੱਗੇ, ਆਪਣੇ ਪਰਿਵਾਰ ਨੂੰ ਪਾਲੇ, ਨਾ ਕਿ ਇਹ ਮੈਂ ਸੁਣ ਰਿਹਾ ਸੀ ਆਪਣਾ ਬਾਦਲ ਸਾਹਿਬ ਦੀ ਸਟੇਟਮੈਂਟ, ਉਹ ਕਹਿ ਰਹੇ ਕਿ ਸਾਡਾ ਤੇ 1947 ਦਾ ਕਾਰੋਬਾਰ, ਮੇਰਾ ਤੇ ਵਪਾਰ ਆ। ਵੇਖੋ ਜਦੋਂ ਜਿਹੜੇ ਦੇਸ਼ ਦਾ ਸੂਬੇ ਦਾ ਜਿਹੜਾ ਰਾਜਾ ਆ, ਹੁਕਮਰਾਨ ਆ, ਜੇ ਉਹ ਵਪਾਰੀ ਬਣ ਗਿਆ, ਫਿਰ ਤੇ ਪ੍ਰਜਾ ਦੀ ਕਿਸੇ ਨੇ ਸੁਣਨੀ ਨਹੀਂ, ਕਿਉਂਕਿ ਉਹਨੇ ਤੇ ਆਪਣਾ ਵਪਾਰ। ਮੰਤਰੀ ਸਾਹਿਬ ਦੇਖੋ, ਇੱਕ ਪ੍ਰੈਕਟੀਕਲ ਗੱਲ ਇਹ ਵੀ ਹੈ, ਕਿਹੜਾ ਬੇਰੋਜ਼ਗਾਰ ਹੋਊਗਾ ਜਿਹਦੇ ਕੋਲ ਕਰੋੜ ਰੁਪਇਆ ਹੋਊਗਾ ਔਰ ਬੱਸ ਪਾਣੀ ਚਾਹੁੰਦਾ ਹੋਊਗਾ? ਵੇਖੋ ਨਹੀਂ ਹੈ ਤਾਂ ਨੋਟਾਂ ਵਾਲਿਆਂ ਦਾ ਕੰਮ ਨਾ। ਨਹੀਂ ਹੈਗਾ ਤੇ ਨੋਟਾਂ ਵਾਲਿਆਂ ਦਾ। ਵੇਖੋ 20-25 ਲੱਖ ਦੀ ਵੀ ਬੱਸ ਆ ਜਾਂਦੀ ਹੈ। ਜੇ ਕੋਈ ਬੇਰੁਜ਼ਗਾਰ ਨੌਜਵਾਨ ਆ, ਗਰੀਬ ਆ, ਉਹ ਸੈਕੰਡ ਹੈਂਡ ਕੋਈ 8-10 ਲੱਖ ਦੀ ਬੱਸ ਲੈ ਕੇ ਵੀ ਚਲਾ ਸਕਦਾ, ਕੰਪਲਸਰੀ ਤੇ ਬੱਸ ਲੈਣਾ। ਚਲੋ ਠੀਕ ਹੈ, ਉਹ ਤਾਂ ਹੁਣ ਤੁਸੀਂ ਲੋਨ ਵਾਲਾ ਵੀ ਜ਼ਿਕਰ, ਪਰ ਮੈਂ ਇਹ ਵੀ ਮੈਂ ਬਾਰ-ਬਾਰ ਉਹੀ ਕਹਿ ਰਿਹਾ ਕਿ ਤੁਸੀਂ ਇਹ ਲੋਕਾਂ ਨੂੰ ਸਮਝਾਓ ਕਿ ਇੱਕ ਨੈਸ਼ਨਲ ਹਾਈਵੇ ਦੇ ਉੱਤੇ ਵੱਖਰਾ ਰੂਲ ਹੁੰਦਾ ਹੈ, ਕਿ ਜੇ ਨੈਸ਼ਨਲ ਹਾਈਵੇ ਦੇ ਉੱਤੇ ਬੱਸਾਂ ਜਾ ਰਹੀਆਂ, ਸਟੇਟ ਹਾਈਵੇ ਦੇ ਉੱਤੇ ਵੱਖਰਾ ਰੂਲ ਹੁੰਦਾ ਹੈ, ਤਾਂ ਉਸ ਦੇ ਲਈ ਕੀ ਤੁਸੀਂ ਪੂਰਾ ਪਲਾਨ ਰੱਖਿਆ ਹੋਇਆ ਹੈ? ਇਹ ਵੀ ਸਮਝਾਓ। ਮੈਂ ਦੇਖ ਸਕਦਾ ਜਿਹੜਾ ਤੁਸੀਂ ਦਿਖਾ ਰਹੇ ਸੀਗੇ। ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਬਾਰ-ਬਾਰ ਇਹ ਜ਼ਿਕਰ ਕਰ ਰਹੇ ਹੋ ਕਿ ਹੁਣ ਆਰਬਿਟ ਏਵੀਏਸ਼ਨ ਦੀ ਬੱਸ ਹੈ ਅਬੋਹਰ ਚੰਡੀਗੜ੍ਹ, ਉਸ ਤੋਂ ਬਾਅਦ ਅਗਲੇ ਤੇ ਬਹੁਤ ਸਾਰੇ ਨਾਮ ਲਿਖੇ ਹੋਏ ਨੇ, ਆਰਬਿਟ ਏਵੀਏਸ਼ਨ ਦੀ ਬੱਸ ਹੈ ਬਟਾਲਾ ਚੰਡੀਗੜ੍ਹ, ਪਠਾਨਕੋਟ ਚੰਡੀਗੜ੍ਹ, ਹੁਣ ਇਹ ਪੂਰਾ ਰੂਟ ਬੰਦ ਕਰ ਦਿੱਤਾ ਜਾਂ ਮੋਹਾਲੀ ਤੱਕ ਆਉਣਗੀਆਂ ਇਹ? ਵੇਖੋ ਇਹ ਅਪਲਾਈ ਕਰਨਗੇ, ਮਹਾਲੀ ਤੱਕ ਇਹਨਾਂ ਨੂੰ ਜਿਹੜੀ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਜਿਹੜਾ ਵੇਖੋ ਯੂਟੀ ਦੇ ਵਿੱਚ ਐਂਟਰ ਹੋਣਾ, ਚੰਡੀਗੜ੍ਹ ਦੇ ਵਿੱਚ ਐਂਟਰ ਹੋਣਾ, ਉਹ ਤੇ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸੰਭਵ ਨਹੀਂ ਨਾ। ਤੇ ਦੂਜੇ ਨੰਬਰ ਤੇ ਇਹਨਾਂ ਬੱਸਾਂ ਨੇ ਸਾਡੀ ਪੰਜਾਬ ਗਵਰਨਮੈਂਟ ਤੇ ਪੰਜਾਬ ਟਰਾਂਸਪੋਰਟ ਦਾ, ਪੰਜਾਬ ਦੇ ਖਜ਼ਾਨੇ ਦਾ ਬਹੁਤ ਵੱਡਾ ਨੁਕਸਾਨ ਕੀਤਾ। ਥੋੜਾ ਨੁਕਸਾਨ ਨਹੀਂ ਕੀਤਾ, ਬਹੁਤ ਜ਼ਿਆਦਾ ਨੁਕਸਾਨ ਕੀਤਾ। ਤੇ ਪੰਜਾਬ ਦੇ ਮੈਂ ਭੈਣਾਂ ਭਰਾਵਾਂ ਨੂੰ ਇਹ ਵੀ ਦੱਸਣਾ ਚਾਹੁੰਦਾ, ਕਈ ਵਾਰੀ ਲੋਕਾਂ ਦੇ ਮਨ 'ਚ ਇਹ ਹੁੰਦਾ ਕਿ ਜੇ ਹੁਣ ਇਹ ਟਰਾਂਸਪੋਰਟ ਇਹ ਬੱਸਾਂ ਬੰਦ ਹੋ ਗਈਆਂ ਤੇ ਸਾਨੂੰ ਚੰਡੀਗੜ੍ਹ ਜਾਣ 'ਚ ਦਿੱਕਤ ਨਾ ਹੋਵੇ। ਆਪਣੀਆਂ ਹਰ ਜ਼ਿਲ੍ਹੇ ਤੋਂ ਪੰਜਾਬ ਰੋਡਵੇਜ਼ ਦੀਆਂ, PRTC ਦੀਆਂ, ਪਨਬੱਸ ਦੀਆਂ ਜਿਹੜੀਆਂ ਬੱਸਾਂ ਰੋਜ਼ਾਨਾ AC ਬੱਸਾਂ ਆਪਣੇ ਚੰਡੀਗੜ੍ਹ ਨੂੰ ਆਉਂਦੀਆਂ, ਜਿਨ੍ਹਾਂ ਦੇ ਵਿੱਚ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ 40 ਤੋਂ 50% ਹੀ ਸਵਾਰੀ ਜਿਹੜੀ ਚੜ੍ਹਦੀ ਸੀ, ਬਾਕੀ ਸਵਾਰੀ ਇਹਨਾਂ ਦੀਆਂ ਬੱਸਾਂ ਚੁੱਕ ਲੈਂਦੀਆਂ ਸਨ। ਤੇ ਅਸੀਂ ਥੋੜੇ ਦਿਨਾਂ 'ਚ ਹੀ 40 ਦੇ ਕਰੀਬ ਬੱਸਾਂ ਜਿਹੜੀਆਂ AC ਉਹ ਨਵੀਆਂ ਚੰਡੀਗੜ੍ਹ ਦੇ ਰੂਟ ਨੂੰ ਪਾਉਣ ਜਾ ਰਹੇ ਆ, ਤੇ ਜੇ ਹੋਰ ਵੀ ਜ਼ਰੂਰਤ ਹੋਵੇਗੀ ਹੋਰ ਵੀ ਅਸੀਂ ਬੱਸਾਂ ਪਾਵਾਂਗੇ। ਅਸੀਂ ਪੰਜਾਬ ਦੇ ਲੋਕਾਂ ਨੂੰ, ਤੁਸੀਂ ਫਿਲਹਾਲ ਤਾਂ ਗੱਲ ਇਹ ਨਾ ਕਿ ਜੇ ਕਿਸੇ ਨੇ ਬਠਿੰਡੇ ਤੋਂ ਚੰਡੀਗੜ੍ਹ ਆਉਣਾ ਹੈ ਤਾਂ ਜਿੰਨੀ ਮੈਨੂੰ ਪ੍ਰਾਈਵੇਟ ਰੂਟ ਹੀ ਆ, ਉਹਨਾਂ ਕੋਲ ਆਪਸ਼ਨ ਨਹੀਂ ਹੈ, ਉਹਨਾਂ ਨੂੰ ਸਰਕਾਰੀ ਬੱਸ ਤਾਂ ਹੈ ਨਹੀਂ। ਬਿਲਕੁਲ, ਜਾਂ ਫਿਰ ਤੁਸੀਂ ਮਤਲਬ ਜਿਹੜੀ ਆਰਡੀਨਰੀ ਬੱਸ ਹੁੰਦੀ ਆ ਉਹਦੇ ਵਿੱਚ ਬੈਠੋ। ਅਸੀਂ ਜਲਦੀ ਸਰਕਾਰੀ ਬੱਸ ਵੀ ਦਵਾਂਗੇ। ਵੈਸੇ ਵੀ ਸਾਡੀਆਂ ਸਰਕਾਰੀ ਬੱਸਾਂ ਜਿਹੜੀਆਂ ਚੱਲ ਰਹੀਆਂ, ਤੇ ਇੱਥੇ ਜਿਹੜੀ ਤੁਸੀਂ ਗੱਲ ਕੀਤੀ ਕਿ ਬਠਿੰਡੇ ਤੋਂ ਪੂਰੇ ਮਾਲਵੇ ਦੇ ਵਿੱਚ ਬਾਦਲ, ਫਿਰ ਤੁਸੀਂ ਕਹਿਣਾ ਕਿ ਸਿਆਸਤ ਦੇ ਤੌਰ ਤੇ ਬਾਦਲ ਪਰਿਵਾਰ ਦਾ ਨਾਂ ਲੈਂਦੇ ਆ। ਬਾਦਲ ਪਰਿਵਾਰ ਨੇ ਤੇ ਇਹਨਾਂ ਦੇ ਜਿਹੜੇ ਸੰਗੀ ਸਾਥੀ ਦੀਪ ਢਿੱਲੋਂ ਵਾਲੇ, ਦੀਪ ਬੱਸ ਵਾਲੇ, ਜਿਹੜੀ ਨਿਊ ਦੀਪ ਬੱਸ ਆ,
ਡਿੰਪੀ ਢਿੱਲੋਂ ਨੇ, ਇਹਨਾਂ ਨੇ ਪੂਰੇ ਮਾਲਵੇ ਦੇ ਵਿੱਚ ਨੈਕਸਸ ਪੈਦਾ ਕੀਤਾ। ਉੱਥੇ ਸਰਕਾਰੀ ਬੱਸ ਨੂੰ ਪਰਮਿਟ ਹੀ ਨਹੀਂ ਕੋਈ ਦਿੱਤਾ, ਆਪਦੇ ਚੇਤਿਆਂ ਨੂੰ ਪਰਮਿਟ ਦਿੱਤੇ ਗਏ, ਆਪਦੀਆਂ ਬੱਸਾਂ ਚਲਾਈਆਂ, ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ। ਆਉਣ ਵਾਲੇ ਸਮੇਂ 'ਚ ਜਿਹੜਾ ਇਹਨਾਂ ਦਾ ਨੈਕਸਸ ਆ ਉਹ ਤੋੜਾਂਗੇ। ਮਾਲਵੇ ਦੇ ਵਿੱਚ ਵੀ ਜਿਹੜੀ PRTC ਪਨ ਬੱਸ ਦੀਆਂ ਬੱਸਾਂ ਤੁਹਾਨੂੰ ਚੱਲਦੀਆਂ ਨਜ਼ਰ ਆਉਣਗੀਆਂ। ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਮੈਂ ਆਰਬਿਟ ਦੇ ਉੱਤੇ ਆਉਣਾ। ਤੁਸੀਂ ਕਹਿ ਰਹੇ ਹੋ ਕਿ ਜਿਹੜਾ ਆਰਬਿਟ ਨੂੰ ਦਿੱਤੇ ਗਏ ਨੇ ਸਾਰੇ ਪਰਮਿਟ ਉਹ ਇਲੀਗਲ ਹੈ? ਜਿਹੜੇ ਆ ਚੰਡੀਗੜ੍ਹ ਨੂੰ ਚੱਲਦੇ ਪਰਮਿਟ ਉਹ ਇਲੀਗਲ ਹੈ। ਬਿਲਕੁਲ ਕਿਉਂ ਇਲੀਗਲ ਹੈ? ਮੈਂ ਜਿਹੜੀ ਗੱਲ ਅੱਗੇ ਵੀ ਤੁਹਾਨੂੰ ਦੱਸੀ ਵੀ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ, ਤੇ ਜੇ ਇਨਲੀਗਲ ਨਹੀਂ ਫਿਰ ਪਿਛਲੇ ਸਮੇਂ 'ਚ ਜਿਹੜੀ ਕਾਂਗਰਸ ਗਵਰਨਮੈਂਟ ਦੇ ਟਰਾਂਸਪੋਰਟ ਮੰਤਰੀ ਉਹਨਾਂ ਕਿਉਂ ਬੱਸਾਂ ਬੰਦ ਕੀਤੀਆਂ? ਇਨਲੀਗਲ ਹੀ ਤੇ ਤਾਂ ਹੀ ਬੰਦ ਕੀਤੀਆਂ ਨਾ। ਉਦੋਂ ਵੀ ਬਾਦਲ ਸਾਹਿਬ ਰੌਲਾ ਪਾਉਂਦੇ ਰਹੇ ਵੀ ਇਹ ਸਾਡਾ ਨਜਾਇਜ਼ ਕੀਤਾ। ਹਾਂ, ਨਜਾਇਜ਼ ਕੀਤਾ ਇਹ ਵੀ ਕਾਨੂੰਨ ਦੇ ਆਧਾਰ ਤੇ ਕਾਰਵਾਈ ਨਹੀਂ ਕੀਤੀ, ਬਾਕੀ ਬੱਸਾਂ ਤੇ ਪਰਮਿਟ ਜਿਹੜੇ ਇਨਲੀਗਲ ਸੀ ਇਹਨਾਂ ਦੇ। ਮੈਂ ਇੱਕ ਹੋਰ ਆਰਬਿਟ ਨੂੰ ਲੈ ਕੇ ਜਾਣਨਾ ਚਾਹੁੰਦਾ ਕਿ ਜੇ ਇਲੀਗਲ ਸੀ ਤਾਂ ਪਿਛਲੇ 8 ਮਹੀਨੇ ਤੋਂ ਚੱਲ ਕਿਉਂ ਰਹੀਆਂ ਨੇ? ਵੇਖੋ, ਜਦੋਂ ਸਾਨੂੰ ਕੇਂਦਰ ਸਰਕਾਰ ਨੇ ਮਨਜ਼ੂਰੀ ਦੇਣੀ, ਅਸੀਂ ਤੇ ਕਾਨੂੰਨ ਦੇ ਆਧਾਰ ਤੇ ਚੱਲਣਾ ਸੀ ਨਾ। ਅਸੀਂ ਤੇ ਦੂਜੀਆਂ ਸਰਕਾਰਾਂ ਵਾਂਗ ਨਹੀਂ ਵੀ ਸਰਕਾਰ ਬਣ ਗਈ ਤੇ ਡਾਂਗ ਫੜ ਲਓ ਤੇ ਢਾਲੋ ਸਾਰਿਆਂ ਨੂੰ। ਅਸੀਂ ਤੇ ਕਾਨੂੰਨ ਦੇ ਆਧਾਰ ਤੇ ਚੱਲਣਾ। ਜਦੋਂ ਕੇਂਦਰ ਸਰਕਾਰ ਨੇ ਸਾਨੂੰ ਮਨਜ਼ੂਰੀ ਦਿੱਤੀ ਤੇ ਅਸੀਂ ਉਸੇ ਵੇਲੇ ਨੋਟੀਫਿਕੇਸ਼ਨ ਜਾਰੀ ਕਰਤਾ। ਨੋਟੀਫਿਕੇਸ਼ਨ ਜਾਰੀ ਕਰਕੇ ਨਾਲ ਹੀ ਅਸੀਂ ਯੂਟੀ ਨੂੰ ਭੇਜਤਾ। ਹੁਣ ਅੱਗੋਂ ਯੂਟੀ ਦਾ ਜਿਹੜਾ ਪ੍ਰੋਸੈਸ ਆ ਉਹ ਕਰਦੇ ਆ, ਕਦੋਂ 2 ਦਿਨ ਲੱਗਦੇ, 4 ਦਿਨ, 1 ਹਫ਼ਤਾ ਲੱਗਦਾ, ਤੇ ਅਸੀਂ ਉਹਨਾਂ ਨਾਲ ਰਾਬਤਾ ਜਿਹੜਾ ਬਣਾ ਕੇ ਰੱਖਾਂਗੇ। ਜਲਦੀ ਇਹ ਲਾਗੂ ਕਰਾਵਾਂਗੇ ਤਾਂ ਜੋ ਇਹ ਬੱਸਾਂ ਜਿਹੜੀਆਂ ਨਜਾਇਜ਼ ਚੱਲਦੀਆਂ ਇਹ ਬੰਦ ਹੋਣ। ਤੁਹਾਡੇ ਬਿਆਨ ਐਵੇਂ ਲੱਗ ਰਹੇ ਕਿ ਲਾਲਜੀਤ ਭੁੱਲਰ ਮਿਸ਼ਨ ਦੇ ਉੱਤੇ ਹੈ, ਬਾਦਲਾਂ ਦੀਆਂ ਬੱਸਾਂ ਮੁਕਤ ਪੰਜਾਬ। ਨਾ ਕੱਲਿਆਂ ਬਾਦਲਾਂ ਦੀਆਂ ਨਹੀਂ, ਇਹ 73 ਬੱਸਾਂ ਆ। ਬਾਕੀ ਵੀ ਜਿਹੜੇ ਦੂਜੇ ਨਾਵਾਂ ਤੇ ਆ। ਵੇਖੋ, ਜੇ ਪਿਛਲੀ ਸਰਕਾਰ 'ਚ ਬੰਦ ਹੋਈਆਂ ਸੀ ਨਿਊ ਦੀਪ ਤੇ ਆਰਬਿਟ ਬੰਦ ਹੋਈਆਂ ਸੀ, ਜਦੋਂ 2021 'ਚ ਬੰਦ ਹੋਈਆਂ ਨਿਊ ਦੀਪ ਤੇ ਆਰਬਿਟ, ਬਾਕੀ ਨਹੀਂ ਕਿਸੇ ਨੂੰ ਛੇੜਿਆ ਗਿਆ। ਅਸੀਂ ਇਹ 73 ਦੇ 73 ਜਿਹੜੇ ਪਰਮਿਟ ਆ 73 ਦੇ 73 ਰੋਕਾਂਗੇ। ਇਹਦੇ 'ਚ ਇੱਕ ਪਰਮਿਟ ਕਰਤਾਰ ਦਾ ਵੀ ਹੈ, ਕਰਤਾਰ ਬੱਸ ਸਰਵਿਸ ਆ, ਤੁਸੀਂ ਵੇਖ ਸਕਦੇ ਜੀ। ਤੇ ਕਰਤਾਰ ਤੁਹਾਨੂੰ ਪਤਾ ਹੀ ਆ, ਕਰਤਾਰ ਹੈ ਨਰੀ ਕਾਂਗਰਸ ਦਾ ਮੰਤਰੀ ਵੀ ਰਹੇ ਆ, ਇਹ ਹੁਣ MLA ਵੀ ਨੇ ਇਹਨਾਂ ਦੇ ਸ਼ਹਿਜ਼ਾਦੇ। ਤੇ ਕਿਤੇ ਨਾ ਕਿਤੇ ਵੇਖੋ ਇਹਨਾਂ ਨੂੰ ਨਹੀਂ ਛੇੜਿਆ ਗਿਆ। ਇਹ 73 ਦੇ 73 ਬੰਦ ਹੋਣਗੇ। ਧਿਆਨ ਨਾਲ ਪੜ੍ਹ ਲਿਆ, ਕੋਈ ਆਮ ਆਦਮੀ ਪਾਰਟੀ ਵਾਲਾ ਜੇ ਆਮ ਆਦਮੀ ਪਾਰਟੀ ਦਾ ਵੀ ਹੋਵੇਗਾ ਉਹ ਵੀ ਬੰਦ ਹੋਵੇਗਾ। ਇੱਕ ਚੀਜ਼ ਭੁੱਲਰ ਸਾਹਿਬ, ਸੁਖਬੀਰ ਬਾਦਲ ਨੇ ਵਾਰ-ਵਾਰ ਕਹੀ ਹੈ ਅੱਜ ਆਪਣੀ ਸਟੇਟਮੈਂਟ ਦੇ ਵਿੱਚ ਕਿ ਪ੍ਰਾਈਵੇਟ ਬੱਸ ਆਪਰੇਟਰਾਂ ਨੂੰ ਮਾਫੀਆ ਜਾਂ ਨੈਕਸਸ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਕਿ ਕਿਉਂ ਮਾਫੀਆ ਜਾਂ ਨੈਕਸਸ ਸ਼ਬਦ ਦਾ ਤੁਸੀਂ ਇਸਤੇਮਾਲ ਕਰਦੇ ਹੋ? ਦੇਖੋ, ਮਾਫੀਆ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਾਫੀਆ ਕਿਹਾ। ਪੰਜਾਬ ਦੇ ਲੋਕਾਂ ਨੂੰ ਇਹ ਪ੍ਰਾਈਵੇਟ ਨਿੱਜੀ ਬੱਸ ਪ੍ਰਾਈਵੇਟ ਵੀ ਨਾਲ ਇਹਨਾਂ ਕਿਹਾ ਵੀ ਇਹ ਪੰਜਾਬ ਦੇ ਲੋਕ ਦੂਜੀਆਂ ਸਟੇਟਾਂ 'ਚ ਜਾ ਕੇ ਬੱਸ ਦਾ ਕਾਰੋਬਾਰ ਕਰਦੇ ਨਾ, ਪੰਜਾਬ ਦੇ ਲੋਕਾਂ ਨੂੰ ਨਾਲ ਇਦਾਂ ਵੀ ਕਿਹਾ। ਚਲੋ, ਮੈਂ ਵੇਖੋ ਟਰਾਂਸਪੋਰਟਰ ਜਿੰਨੇ ਵੀ ਨੇ ਉਹ ਮੇਰੇ ਭਰਾ ਨੇ, ਸਾਡੇ ਪਰਿਵਾਰ ਦੀ ਤਰ੍ਹਾਂ ਨੇ। ਸਾਡੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੂੰ ਉਹ ਮਾਲੀਆ ਦਿੰਦੇ ਨੇ। ਮੈਂ ਉਹਨਾਂ ਨੂੰ ਨਹੀਂ ਕਿਹਾ। ਮੈਂ ਸੁਖਬੀਰ ਬਾਦਲ ਵਰਗੇ ਜਿਹੜੇ ਨਜਾਇਜ਼ ਬੱਸਾਂ ਚਲਾਉਂਦੇ ਆ, ਜਿਹੜਾ ਨਜਾਇਜ਼ ਚਲਾਉਂਦਾ ਟਰਾਂਸਪੋਰਟ ਮਾਫੀਆ ਉਹ ਆ, ਜਿਹੜਾ ਗਲਤ ਢੰਗ ਦੇ ਪਰਮਿਟਾਂ ਨਾਲ ਜਾਂ ਇੱਕ ਪਰਮਿਟ ਤੇ ਇੱਕ ਬੱਸ ਤੋਂ ਬਿਨਾਂ ਦੂਜੀ ਬੱਸ ਚਲਾਉਂਦਾ ਉਹ ਟਰਾਂਸਪੋਰਟ ਮਾਫੀਆ। ਵੇਖੋ, ਇੱਕ ਤੇ ਮੈਂ ਇਹ ਕਹਿੰਦੇ ਵੀ ਅਸੀਂ ਵਪਾਰ ਕਰਦੇ, 1947 ਦਾ ਵਪਾਰ ਕਰਦੇ ਆ। 5-10 ਬੱਸਾਂ ਦਾ ਕਾਰੋਬਾਰ ਸ਼ੁਰੂ ਕੀਤਾ, ਅੱਜ ਸੈਂਕੜੇ ਹਜ਼ਾਰਾਂ ਬੱਸਾਂ ਇਹਨਾਂ ਨੇ ਪਾ ਲਈਆਂ। ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ, ਦੂਜੇ ਟਰਾਂਸਪੋਰਟਰਾਂ ਨੂੰ ਵੀ ਦੱਸਣ ਵੀ ਇਹ ਕਿਹੜੀ ਗਿੱਦੜ ਸਿੰਘੀ ਇਹਨਾਂ ਦੇ ਕੋਲ ਜਿਹਦੇ ਨਾਲ ਇਹਨਾਂ ਨੂੰ ਇੰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿ ਸੈਂਕੜੇ ਹਜ਼ਾਰਾਂ ਬੱਸਾਂ ਪੈ ਗਈਆਂ, ਹਜ਼ਾਰਾਂ ਏਕੜ ਜ਼ਮੀਨ ਆ ਗਈ। ਸੁਖ ਵਿਲਾਸ ਵਰਗੇ ਵੱਡੇ ਵੱਡੇ ਹੋਟਲ, ਜਿਹੜੀ ਅਰਬਾਂ ਖਰਬਾਂ ਦੀ ਜ਼ਮੀਨ ਆ, ਉਹਨਾਂ 'ਚ ਹੋਟਲ ਪੈ ਗਏ। ਹੋਰ ਕਈ ਕਾਰੋਬਾਰ ਵੱਡੇ ਵੱਡੇ ਸਥਾਪਿਤ ਹੋ ਗਏ। ਗਿੱਦੜ ਸਿੰਘੀ ਪੰਜਾਬ ਦੇ ਲੋਕਾਂ ਨੂੰ ਵੀ ਦੇਣ। ਬੜੇ ਰੜਕਦੇ ਆ ਨਾ ਪੰਜਾਬ ਦੇ ਲੋਕ, ਬੱਸਾਂ, ਜ਼ਮੀਨ ਬੜੀ ਰੜਕ ਰਹੀ ਆ ਤੁਹਾਨੂੰ ਬਾਦਲਾਂ ਦੀ। ਇਹ ਕਹਿੰਦੇ ਵਪਾਰ ਕਰਕੇ ਬਣਾਈਆਂ, ਉਹ ਵਪਾਰ ਦੱਸਣ ਕਿਹੜੇ ਤਰੀਕੇ ਨਾਲ। ਤੁਹਾਡੇ ਤੇ ਭੁੱਲਰ ਸਾਹਿਬ ਪੁਰਾਣੇ ਭਾਈਵਾਲ ਰਹੇ ਆ, ਤੁਹਾਡੇ ਤੇ ਚੰਗੀ ਐਸੋਸੀਏਸ਼ਨ ਰਹੀ ਹੈ ਅਕਾਲੀ ਦਲ ਨਾਲ ਕਿਸੇ ਨਹੀਂ। ਵੇਖੋ, ਮੈਂ ਆਪਦੇ ਬਾਰੇ ਮੈਂ ਸਾਰੇ ਆਪਣੇ ਭੈਣਾਂ ਭਰਾਵਾਂ ਨੂੰ, ਟਰਾਂਸਪੋਰਟਰਾਂ ਨੂੰ, ਸਾਰਿਆਂ ਨੂੰ ਦੱਸਣਾ ਚਾਹੁੰਦਾ। ਚਲੋ, ਮੈਂ ਐਜ਼ ਏ ਵੋਟਰ ਅਕਾਲੀ ਦਲ ਕਾਂਗਰਸ 'ਚ ਰਿਹਾ ਵਾਂ। ਮੇਰੇ ਕੋਲ ਕੋਈ ਇਹ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚ ਕੋਈ ਅਹੁਦਾ ਨਹੀਂ ਰਿਹਾ। ਨਾ ਮੈਂ ਕੋਈ ਸਰਪੰਚ ਰਿਹਾ, ਨਾ ਕੋਈ ਕਾਉਂਸਲਰ, ਨਾ ਬਲਾਕ ਪ੍ਰਧਾਨ, ਨਾ ਸਰਕਲ ਪ੍ਰਧਾਨ। ਤੇ ਵੇਖੋ, ਐਜ਼ ਏ ਵੋਟਰ 3 ਕਰੋੜ ਦੀ ਆਬਾਦੀ ਆ ਪੰਜਾਬ ਦੀ, ਐਜ਼ ਏ ਵੋਟਰ ਸਾਰਾ ਪੰਜਾਬ ਹੀ ਰਿਹਾ, ਸਾਰੇ ਭੈਣਾਂ ਭਰਾ ਰਹੇ ਆ। ਜੇ ਲੋਕਾਂ ਨੇ ਵੋਟਾਂ ਇਹਨਾਂ ਨੂੰ ਪਾਉਂਦੇ ਰਹੇ ਤੇ ਇਹਨਾਂ ਦੀ ਵਾਰ-ਵਾਰ ਸਰਕਾਰ ਬਣਦੀ ਰਹੀ। ਕਦੀ ਅਕਾਲੀ ਦਲ ਆ ਗਿਆ, ਕਦੀ ਕਾਂਗਰਸ ਆ ਗਈ। ਜੇ ਮੇਰੇ ਕੋਲ ਕੋਈ ਅਹੁਦਾ ਹੁੰਦਾ ਮਲਾਈਦਾਰ, ਜਾਂ ਮੈਂ ਕੋਈ ਮਲਾਈ ਲਾਈ ਹੁੰਦੀ, ਫੇਰ ਮੈਂ ਮੰਨਦਾ ਕਿ ਮੇਰੇ ਕੋਲ ਅਕਾਲੀ ਦਲ ਦਾ ਮੈਂਬਰ ਸਾਂ ਜਾਂ ਮੈਂ ਕਾਂਗਰਸ ਦਾ ਮੈਂਬਰ ਸਾਂ। ਜੇ ਕੋਈ ਮੇਰੇ ਕੋਲ ਅਹੁਦਾ ਰਿਹਾ ਅਕਾਲੀ ਦਲ ਕਾਂਗਰਸ ਦੀ ਸਰਕਾਰ ਦੇ ਵਿੱਚ, ਤੇ ਮੈਨੂੰ ਕੋਈ ਵੀ ਬਾਹ ਖੜੀ ਕਰਕੇ ਕਹਿ ਸਕਦਾ ਕਿ ਤੇਰੇ ਕੋਲ ਆ ਅਹੁਦਾ ਰਿਹਾ ਤੇ ਤੂੰ ਆ ਇੱਥੋਂ ਗ੍ਰਾਂਟ ਖਾਧੀ ਜਾਂ ਕੁਝ ਕੀਤਾ। ਨਹੀਂ, ਮੰਤਰੀ ਸਾਹਿਬ ਕਿਤੇ ਅਹੁਦਾ ਮਿਲਿਆ ਨਹੀਂ ਤੇ ਉਹਦਾ ਹੀ ਗੁੱਸਾ ਤਾਂ ਨਹੀਂ ਹੈ? ਨਾ ਨਾ ਨਾ, ਮੈਂ ਕਦੀ ਕਿਸੇ ਤੋਂ ਅਹੁਦਾ ਮੰਗਿਆ ਹੀ ਨਹੀਂ ਸੀ। ਮੈਂ ਵੇਖੋ, ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ, ਚੰਗੀ ਕਾਰਗੁਜ਼ਾਰੀ, ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਵੇਖ ਕੇ ਮੈਂ ਆਮ ਆਦਮੀ ਪਾਰਟੀ 2020 ਚ ਜੁਆਇਨ ਕੀਤੀ।
ਤੇ ਮਿਹਨਤ ਕੀਤੀ, ਲੋਕਾਂ 'ਚ ਵਿਚਰਿਆ, ਰਾਬਤਾ ਬਣਾਇਆ ਤੇ ਲੋਕਾਂ ਨੇ ਮੇਰਾ ਨਾਂ ਲਿਆ, ਮੈਨੂੰ ਮਾਣ ਦਿੱਤਾ। ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਰਦਾਰ ਭਗਵੰਤ ਸਿੰਘ ਮਾਨ ਜੀ ਨੇ। ਮੈਂ ਜੇ ਕਹਾਂ ਨਾ ਵੀ ਮੇਰਾ ਕਿਸੇ ਪਾਰਟੀ 'ਚ ਜਨਮ ਹੋਇਆ ਤੇ ਮੇਰਾ ਆਮ ਆਦਮੀ ਪਾਰਟੀ 'ਚ ਹੀ ਜਨਮ ਹੋਇਆ। ਭਾਵੇਂ ਅੱਜ ਮੇਰੀ ਉਮਰ 43 ਆ, 41 ਈਅਰਸ ਦਾ ਜਦੋਂ ਸੀ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ, ਉਹਦੇ ਤੋਂ ਪਹਿਲਾਂ ਤੇ ਐਜ਼ ਏ ਵੋਟਰ ਹੀ ਮੈਂ ਵਿਚਰਦਾ ਰਿਹਾ। ਕੋਈ ਨਾ ਤੇ ਸਿਆਸੀ ਨਹੀਂ ਸੀ ਤੁਸੀਂ? ਬਿਲਕੁਲ ਨਾ, ਕੋਈ ਮੈਂ ਉਹਦਾ ਕਿਸੇ ਤੋਂ ਮੰਗਿਆ ਤੇ ਨਾ ਮੇਰੇ ਕੋਲ ਕੋਈ ਉਹਦਾ ਹੈਗਾ ਸੀ। ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ 2018 ਵਾਲੀ ਸੋਧ ਹੋਈ ਸੀ ਜਿਹੜੀ, ਉਹ 2022 ਦੇ ਵਿੱਚ ਹੁਣ ਤੁਸੀਂ ਦੁਬਾਰਾ ਕਰ ਦਿੱਤੀ, ਉਹ ਪੂਰਾ ਖਰੜਾ ਕਿੱਥੇ ਆ ਉਸਦਾ? ਉਹ ਅਜੇ ਤੱਕ ਪਾਲਿਸੀ ਕੋਈ ਪਾਲਿਸੀ ਮਤਲਬ 2024 ਪਾਲਿਸੀ ਜਿਹੜੀ 2018 ਦੀ ਸੋਧ ਆ ਉਹਦੇ ਮੁਤਾਬਕ ਹੀ ਆ। ਅਸਲ 'ਚ ਜਿਹੜੀ ਗੱਲ ਮੈਂ ਅੱਗੇ ਵੀ ਕਹੀ ਤੁਹਾਨੂੰ ਕਿ ਜਿਹੜੀਆਂ ਇਹਨਾਂ ਨੇ ਬੱਸਾਂ ਨਹੀਂ ਬੰਦ ਕੀਤੀਆਂ, ਜਿਹੜੀਆਂ ਅੱਜ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੁਚੱਜੀ ਅਗਵਾਈ ਦੇ ਵਿੱਚ ਸਰਕਾਰ ਨੇ ਕੰਮ ਕੀਤੇ ਆ, ਉਹਦੇ ਵਿੱਚ ਇੱਕ ਇਹ ਵੀ ਕੰਮ ਆ ਕਿ ਜਿਹੜੀਆਂ ਨਜਾਇਜ਼ ਬੱਸਾਂ 25 ਸਾਲਾਂ ਤੋਂ ਚੱਲ ਰਹੀਆਂ ਸਨ ਗਲਤ ਪਰਮਿਟਾਂ ਤੇ, ਉਹ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ। ਤੁਹਾਡਾ ਪੂਰਾ ਫੋਕਸ ਚੰਡੀਗੜ੍ਹ ਵਾਲੀਆਂ ਬੱਸਾਂ ਤੇ ਹੈ, ਇਹ ਸਮਝ ਆ ਰਿਹਾ ਮੈਨੂੰ। ਵੇਖੋ ਚੰਡੀਗੜ੍ਹ ਕੱਲੀਆਂ ਨਹੀਂ, ਮਤਲਬ ਜੇ ਚੰਡੀਗੜ੍ਹ ਆਣੀਆਂ ਬੱਸਾਂ ਬੰਦ ਹੋ ਗਈਆਂ, ਆਰਬਿਟ ਤਾਂ ਆਰਬਿਟ ਪਾਕ ਸਾਫ ਹੈ, ਕੋਈ ਦਿੱਕਤ ਨਹੀਂ। ਨਾ ਇਹ ਪਾਕ ਸਾਹਿਬ ਨਹੀਂ, ਜੇ ਹੋਰ ਵੀ ਗਲਤ ਜਾਂ ਤੁਸੀਂ ਪਰਮਿਟ ਕੈਂਸਲ ਕਰੋਗੇ? ਵੇਖੋ ਇਹ ਪਰਮਿਟ ਤੇ ਜਿਹੜੇ ਚੰਡੀਗੜ੍ਹ ਨੂੰ ਆਉਂਦੇ ਕੈਂਸਲ ਹੋਣਗੇ। ਚੰਡੀਗੜ੍ਹ ਜਦੋਂ ਇਹ ਪਰਮਿਟ ਹੀ ਗਲਤ ਤਰੀਕੇ ਨਾਲ ਹਾਸਲ ਕੀਤੇ ਗਏ ਆ, ਹਾਸਲ ਕੀ ਕੀਤੇ ਗਏ ਆਪ ਹੀ ਰਹਿਣਗੇ। ਵੇਖੋ ਇਹ ਜੇ ਸਾਨੂੰ ਅਪਲਾਈ ਕਰਨਗੇ, ਐਪਲੀਕੇਸ਼ਨ ਦੇਣਗੇ, ਫਿਰ ਇਹ ਮਾਲੀ ਤੱਕ ਚੱਲਣਗੇ। ਪਹਿਲਾਂ ਇਹਨਾਂ ਨੂੰ ਕਿਉਂਕਿ ਇਹ ਤੇ ਚੰਡੀਗੜ੍ਹ ਤੱਕ ਦੇ ਆ, ਇਹ ਐਪਲੀਕੇਸ਼ਨ ਦੇਣਗੇ, ਉਹਦੇ ਬਾਅਦ ਸਾਡਾ ਟਰਾਂਸਪੋਰਟ ਤੁਸੀਂ ਇਹ ਕ੍ਰਾਸ ਵੈਰੀਫਾਈ ਕਰ ਲਿਆ ਕਿ ਉਹਨਾਂ ਨੇ ਸੈਂਟਰ ਗਵਰਨਮੈਂਟ ਤੋਂ ਪਰਮਿਸ਼ਨ ਨਹੀਂ ਲਈ? ਨਹੀਂ ਲਈ, ਬਿਲਕੁਲ ਨਹੀਂ ਲਈ। ਸੈਂਟਰ ਗਵਰਨਮੈਂਟ ਨੇ ਲਿਖਤੀ ਲੈਟਰ ਭੇਜੀ ਹੈ ਸਾਨੂੰ, ਉਹ ਸਾਰਾ ਕੁਝ ਮੈਂ ਤੁਹਾਨੂੰ ਜੋ ਉਸ ਤੋਂ ਬਾਅਦ ਤੁਸੀਂ ਕਾਰਵਾਈ ਅਮਲ ਚ ਲਿਆ ਰਹੇ ਹੋ? ਬਿਲਕੁਲ, ਸੈਂਟਰ ਗਵਰਨਮੈਂਟ ਤੋਂ ਬਾਅਦ ਅਸੀਂ ਅੱਜ ਵੀ ਆ ਰਹੀਆਂ ਤੁਹਾਡੇ ਬਿਆਨ ਤੋਂ, ਅੱਜ ਵੀ ਚੰਡੀਗੜ੍ਹ ਚੈਂਟਰ ਕਰ ਰਹੀ ਹੈ। ਦੇਖੋ ਇਹ ਤੇ ਹੁਣ ਯੂਟੀ ਨੇ ਅੱਗੋਂ ਕਾਰਵਾਈ ਕਰਨੀ ਹੈ ਨਾ, ਤੇ ਉਹਦੇ ਬਾਅਦ ਯੂਟੀ ਕਾਰਵਾਈ ਕਰਦੀ ਹੈ, ਬੰਦ ਹੋਣਗੀਆਂ ਜਲਦੀ। ਇਹ ਜ਼ਿਆਦਾ ਸਮਾਂ ਨਹੀਂ ਲੱਗੇਗਾ, ਜਲਦੀ ਇਹ ਬੰਦ ਹੋਣਗੀਆਂ। ਤਾਂ ਬੱਸਾਂ ਬੰਦ ਹੋਣਗੀਆਂ। ਮੈਂ ਦੁਬਾਰਾ ਇੱਕ ਹੋਰ ਚੀਜ਼ ਪੁੱਛਣੀ ਚਾਹੁੰਦਾ ਕਿ ਇਹ ਸਿਰਫ ਚੰਡੀਗੜ੍ਹ ਜਿਹੜੀਆਂ ਆ ਰਹੀਆਂ, ਤੁਸੀਂ ਉਹਨਾਂ ਦੀ ਉਹ ਘੋਖ ਕੀਤੀ ਆਰਬਿਟ ਦੀ, ਜਾਂ ਫਿਰ ਕੋਈ ਜੰਮੂ ਕਸ਼ਮੀਰ ਤੋਂ ਵੀ ਆ ਰਹੀ ਹੈ ਬਿਨਾਂ ਸੈਂਟਰ ਦੀ ਮਨਜ਼ੂਰੀ ਤੋਂ, ਕੋਈ ਰਾਜਸਥਾਨ ਤੋਂ ਵੀ ਆ ਰਹੀ ਹੈ, ਕੋਈ ਹਰਿਆਣਾ ਵਾਲੇ ਪਾਸੇ ਤੋਂ ਵੀ ਆ ਰਹੀ ਹੈ ਬਿਨਾਂ ਸੈਂਟਰ ਦੀ ਮਨਜ਼ੂਰੀ? ਜਿਹੜੀਆਂ ਹਰਿਆਣੇ ਜਾਂ ਜੰਮੂ ਕਸ਼ਮੀਰ ਤੋਂ ਬੱਸਾਂ ਆਉਂਦੀਆਂ, ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਉਹ ਟੂਰਿਸਟ ਬੱਸਾਂ ਆ ਰਹੀਆਂ, ਉਹਨਾਂ ਦੇ ਪਰਮਿਟ ਟੂਰਿਸਟ ਪਰਮਿਟ ਆ, ਉਹ ਬਕਾਇਦਾ ਸਾਨੂੰ ਟੈਕਸ ਦੇ ਕੇ ਐਂਟਰ ਕਰਦੇ ਆ, ਜਾਂ ਤੇ ਉਹ ਰੋਜ਼ ਦਾ ਟੈਕਸ ਤਰਦਾ, ਜਾਂ ਕਈ ਇਹੋ ਜਿਹੇ ਆ ਜਿਹੜੇ 1 ਮਹੀਨੇ ਦਾ ਟੈਕਸ ਤਰ ਜਾਂਦਾ, ਬਕਾਇਦਾ ਉਹਨਾਂ ਦਾ ਟੈਕਸ। ਟੂਰਿਸਟ ਬੱਸਾਂ ਆਉਂਦੀਆਂ, ਦੂਜੀਆਂ ਬੱਸਾਂ ਵੀ। ਮੈਂ ਬਿਲਕੁਲ ਨੇੜੇ ਦੀ ਗੱਲ ਕਰਾਂ ਤਾਂ ਅੰਬਾਲਾ, ਲੁਧਿਆਣਾ ਪ੍ਰਾਈਵੇਟ ਬੱਸਾਂ ਬਹੁਤ ਚੱਲਦੀਆਂ। ਜਿਹੜੀਆਂ ਪ੍ਰਾਈਵੇਟ ਚੱਲਦੀਆਂ ਉਹ ਬਕਾਇਦਾ ਉਹਨਾਂ ਦੇ ਪਰਮਿਟ ਆ, ਉਹਨਾਂ ਦੇ ਪਰਮਿਟ ਚੈੱਕ ਕੀਤੇ ਜਾਂਦੇ ਆ। ਕਨਫਰਮ ਹੋ ਗਿਆ ਕਿ ਉਹਨਾਂ ਦੇ ਕੋਲ ਸੈਂਟਰ ਵਾਲੀ ਮਨਜ਼ੂਰੀ ਹੈ, ਉਹਨਾਂ ਨੂੰ ਵੀ ਚਾਹੀਦੀ ਹੋਏਗੀ ਨਾ ਸੈਂਟਰ ਦੀ ਮਨਜ਼ੂਰੀ, ਜੇ ਉਹਨਾਂ ਨੇ ਹਰਿਆਣਾ ਚ ਜਾਣਾ। ਜਿਹੜੀਆਂ ਏਸੀ ਟੂਰਿਸਟ ਤੋਂ ਬਿਨਾਂ ਦੂਜੀਆਂ ਬੱਸਾਂ, ਉਹਨਾਂ ਨੂੰ ਸੈਂਟਰ ਦੀ ਮਨਜ਼ੂਰੀ ਚਾਹੀਦੀ। ਅੱਛਾ, ਜਿਹੜੀਆਂ ਆਰਡੀਨਰੀ ਬੱਸਾਂ ਉਹਨਾਂ ਨੂੰ ਜ਼ਰੂਰਤ ਨਹੀਂ ਹੈ? ਹਾਂ ਬਿਲਕੁਲ। ਜਿਹੜੀਆਂ ਏਸੀ ਬੱਸਾਂ ਉਹਨਾਂ ਨੂੰ ਜ਼ਰੂਰਤ ਹੈ ਔਰ ਆਰਬਿਟ ਦੇ ਕੋਲ ਉਹ ਮਨਜ਼ੂਰੀ ਨਹੀਂ ਹੈ। ਬਿਲਕੁਲ। ਔਰ ਕਿਸੇ ਦੇ ਵਿੱਚ ਮਨਜ਼ੂਰੀ ਨਹੀਂ ਹੈ ਇਹਨਾਂ 73 ਜੋ ਕਿਸੇ ਦੀ ਮਨਜ਼ੂਰੀ ਨਹੀਂ, ਕਿਸੇ ਦੀ ਮਨਜ਼ੂਰੀ ਗਲਤ ਢੰਗ ਨਾਲ ਪਰਮਿਟ ਦਿੱਤੇ ਗਏ ਆ। 1997 ਦੇ ਵਿੱਚ 73 ਦੇ 73 ਪਰਮਿਟ ਉਦੋਂ ਦਿੱਤੇ ਗਏ। ਉਹਦੇ ਬਾਅਦ ਜੇ ਇਹ ਬਿਲਕੁਲ ਸਹੀ ਹੁੰਦਾ ਤੇ ਉਹ ਇਹਦੇ ਵਿੱਚ ਕੋਈ ਦੂਜੀ ਪਾਰਟੀ ਦੇ ਵੀ ਆਗੂ ਦੇ ਪਰਮਿਟ ਹੁੰਦੇ, ਅਕਾਲੀ ਦਲ ਦੇ ਹੀ, ਕਾਂਗਰਸ ਵਾਲੇ ਦੇ ਵੀ ਹੁੰਦੇ, ਬੀਜੇਪੀ ਵਾਲੇ ਦੇ ਹੁੰਦੇ, ਆਮ ਆਦਮੀ ਪਾਰਟੀ ਵਾਲੇ ਦੇ ਵੀ ਹੁੰਦੇ। ਕੀ ਗੱਲ ਇੱਕੇ ਪਾਰਟੀ ਨੂੰ 73 ਦੇ 73 ਪਰਮਿਟ ਦੇ ਦੇਣੇ? ਮੈਂ ਇੱਕ ਹੋਰ ਚੀਜ਼ ਸਮਝਣੀ ਚਾਹੁੰਦਾ, ਕਿਉਂਕਿ ਜਿਹੜਾ ਮੈਂ ਪੜ੍ਹ ਰਿਹਾ ਸੀ 2018 ਦੀ ਸੋਧ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਸ ਦੇ ਵਿੱਚ ਇਹ ਵੀ ਮੈਂਸ਼ਨ ਹੈ ਕਿ ਜਿੱਥੇ ਤੱਕ ਤੁਹਾਨੂੰ ਪਰਮਿਟ ਹੈ ਤੁਸੀਂ 15 ਕਿਲੋਮੀਟਰ ਦਾ ਐਕਸਟੈਂਡ ਕਰ ਸਕਦੇ ਹੋ। ਤੇ ਜੇਕਰ ਉਹਨਾਂ ਦੇ ਕੋਲੇ ਤਰਕ ਹੋਏਗਾ ਤਾਂ ਮੋਹਾਲੀ ਤੋਂ 43 ਦਾ ਬੱਸ ਸਟੈਂਡ ਕਿੰਨੀ ਦੂਰ ਹੈ? 5 ਕਿਲੋਮੀਟਰ। ਤੁਸੀਂ ਗੱਲ ਨਹੀਂ ਸਮਝਦੇ, ਕਿਉਂਕਿ ਯੂਟੀ ਵੱਖਰੀ ਸਟੇਟ ਦਾ ਦਰਜਾ ਉਹਦੇ ਕੋਲ, ਦੂਜੀ ਸਟੇਟ 'ਚ ਨਹੀਂ ਨਾ ਵੱਸ ਸਕਦਾ, ਉਸੇ ਸਟੇਟ 'ਚ ਵੱਸ ਸਕਦਾ 15। ਅੱਛਾ, ਮਤਲਬ ਤੁਹਾਡਾ ਕਹਿਣ ਦਾ ਇਹ ਹੈ ਕਿ ਪੰਜਾਬ ਦੇ ਵਿੱਚ ਰੋਪੜ ਤੱਕ ਹੁੰਦਾ ਤਾਂ ਉੱਥੋਂ 15 ਕਿਲੋਮੀਟਰ ਮਾਲੀ ਤੱਕ ਵੱਸ ਸਕਦਾ। ਇਹ ਨਹੀਂ ਕਿ ਜੇ ਮਾਲੀ ਤੱਕ ਆਉਂਦਾ ਤੇ 15 ਕਿਲੋਮੀਟਰ ਵਧਾ ਕੇ ਆਪਾਂ ਦੂਜੀ ਸਟੇਟ 'ਚ ਵੜ ਜਾਾਂਗੇ, ਦੂਜੀ ਸਟੇਟ 'ਚ ਨਹੀਂ ਵੱਸ ਸਕਦਾ। ਠੀਕ ਹੈ। ਇੰਡੋ ਕੈਨੇਡੀਅਨ ਬੱਸਾਂ ਕਿਵੇਂ ਵੱਖਰੀਆਂ ਨੇ? ਵੇਖੋ ਇੰਡੋ ਕੈਨੇਡੀਅਨ ਗੱਲ ਫੇਰ ਉੱਥੇ ਹੀ ਆ ਗਈ ਕਿ ਇਹਨਾਂ ਕਿਹਾ ਵਪਾਰ ਕੀਤਾ ਤੇ ਵਪਾਰ ਵੱਧ ਗਿਆ। ਜਿੰਨੀਆਂ ਟਰਾਂਸਪੋਰਟਾਂ ਸਨ ਮੁਨਾਫੇ ਵਾਲੀਆਂ, ਉਹ ਸਾਰੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਖਰੀਦ ਲਈਆਂ ਗਈਆਂ। ਉਹ ਪੈਸਾ ਕਿਤੇ ਨਾ ਕਿਤੇ ਤੇ ਪੰਜਾਬ ਦੇ ਲੋਕਾਂ ਦਾ। ਇੰਡੋ ਕੈਨੇਡੀਅਨ ਜਿਹੜੀਆਂ ਬੱਸਾਂ 에ਅਰਪੋਰਟ ਨੂੰ ਚੱਲਦੀਆਂ, ਟੂਰਿਸਟ ਬੱਸਾਂ, ਜਿਵੇਂ ਮੈਂ ਅੱਗੇ ਗੱਲ ਕੀਤੀ ਕਿ ਟੂਰਿਸਟ ਬੱਸਾਂ, ਇਹ ਟੂਰਿਸਟ ਬੱਸਾਂ ਦਾ ਕੰਮ ਹੁੰਦਾ ਜਿਵੇਂ ਅੰਮ੍ਰਿਤਸਰ ਬੱਸ ਸਟੈਂਡ ਤੋਂ ਚੱਲਣੀ ਹੈ ਬੱਸ ਤੇ ਸਿੱਧੀ ਜਾ ਕੇ ਉੱਥੋਂ ਟਿਕਟ ਬੁੱਕ ਹੋਊ, ਉੱਥੋਂ ਹੀ ਸਵਾਰੀ ਚੜੂ, ਉੱਥੋਂ ਜਾ ਕੇ ਸਿੱਧੀ ਦਿੱਲੀ 에ਅਰਪੋਰਟ ਤੇ ਰੁਕੂ। ਉਹਦਾ ਇਹ ਨਹੀਂ ਕੰਮ ਕਿ ਰਸਤੇ ਚੋਂ ਜਲੰਧਰੋਂ, ਫਗਵਾੜਿਓਂ, ਲੁਧਿਆਣਿਓਂ ਗਾਂ ਚੁੱਕਦੀ ਹੋਈ, ਇਹ ਨਹੀਂ। ਇਹ ਜਿਹੜੀਆਂ
ਜਿਹੜੀਆਂ ਟੂਰਿਸਟ ਬੱਸਾਂ ਇਹ ਇੱਕ ਜਗ੍ਹਾ ਤੋਂ ਸਵਾਰੀ ਚੁੱਕ ਕੇ ਦੂਜੀ ਜਗ੍ਹਾ ਤੇ ਜਿੱਥੋਂ ਤੱਕ ਦੀ ਟਿਕਟ ਅੱਛਾ ਭੁੱਲਰ ਸਾਹਿਬ, ਮੇਰਾ ਇੱਕ ਹੋਰ ਸਵਾਲ ਹੈ। ਆਪਾਂ ਜਦੋਂ ਚੰਡੀਗੜ੍ਹ ਦਾ ਜ਼ਿਕਰ ਕਰਦੇ ਹਾਂ, ਚੰਡੀਗੜ੍ਹ ਨੂੰ ਲੈ ਕੇ ਬਹੁਤ ਕੰਟਰੋਵਰਸੀ ਹੁੰਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਫਿਰ ਆਪਾਂ ਉਹਨੂੰ ਵੱਖਰੀ ਸਟੇਟ ਕਿਵੇਂ ਮੰਨ ਕੇ, ਜੇ ਵੈਸੇ ਹੀ ਜੇ ਕੋਈ ਬੰਦਾ ਪੰਜਾਬ ਦੀ ਗੱਲ ਕਰੂਗਾ ਤਾਂ ਉਹ ਕਹੂਗਾ ਪੰਜਾਬ ਦੀ ਬੱਸ ਚੰਡੀਗੜ੍ਹ ਤੱਕ ਤੇ ਆਉਣੀ ਚਾਹੀਦੀ ਹੈ ਜੇ ਰਾਜਧਾਨੀ ਹੈ। ਦੇਖੋ ਇਹ ਜਿਹੜੇ ਮੁੱਦੇ ਆ ਇਹ ਪਹਿਲੀਆਂ ਸਰਕਾਰਾਂ ਨੇ ਬਣਾਏ ਆ। ਯੂਟੀ ਦਾ ਦਰਜਾ ਪਹਿਲੀ ਕੇਂਦਰ ਦੀ ਸਰਕਾਰ ਹੈ, ਜਿਹੜੀਆਂ ਪੁਰਾਣੀਆਂ ਬੰਦ ਰਹੀਆਂ ਉਹਨਾਂ ਨੇ ਦਿੱਤਾ। ਅਸੀਂ ਤੇ ਕਹਿੰਦੇ ਆ ਸਾਡਾ ਆ ਪੰਜਾਬ, ਅਸੀਂ ਇਹ ਥੋੜਾ ਕਹਿੰਦੇ ਆ ਵੀ ਸਾਡਾ ਨਹੀਂ, ਪਰ ਜੋ ਕਾਨੂੰਨ ਅਨੁਸਾਰ ਯੂਟੀ ਦਾ ਦਰਜਾ ਦਿੱਤਾ ਗਿਆ, ਵੱਖਰੀ ਸਟੇਟ ਦਾ ਦਰਜਾ ਦਿੱਤਾ ਗਿਆ, ਉੱਥੇ ਆ ਕੇ ਤੇ ਕਾਨੂੰਨ ਅਨੁਸਾਰ ਚੱਲਣਾ ਪਊਗਾ ਨਾ। ਜੋ ਪੁਰਾਣੀਆਂ ਸਰਕਾਰਾਂ ਨੇ ਕੀਤਾ ਆਪਾਂ ਹੁਣ ਇਹ ਤੋਂ ਮੁਨਕਰ ਹੋ ਨਹੀਂ ਸਕਦੇ, ਕਿਉਂਕਿ ਪੁਰਾਣੇ ਸਮੇਂ ਤੋਂ ਯੂਟੀ ਦਾ ਦਰਜਾ ਦਿੱਤਾ ਗਿਆ। ਤੇ ਅੱਜ ਜੇ ਆਪਾਂ ਕਹਿ ਦਈਏ ਵੀ ਨਹੀਂ ਵੀ ਇਹ ਤੇ ਸਿੱਧਾ ਚੰਡੀਗੜ੍ਹ ਸਾਡਾ ਹੀ ਹੈ, ਇਹ ਸਾਡੇ ਕੋਲ ਹੀ ਰਹਿਣਾ। ਨਹੀਂ, ਤੁਸੀਂ ਹਰਿਆਣਾ, ਹਿਮਾਚਲ ਜਾਂ ਰਾਜਸਥਾਨ, ਜਿਵੇਂ ਗੌਰਵ ਨੇ ਜ਼ਿਕਰ ਕੀਤਾ, ਉਹਨਾਂ ਦੀਆਂ ਬੱਸਾਂ ਨੂੰ ਲੈ ਕੇ ਥੋੜੇ ਪੋਲਾਈਟ ਲੱਗਦੇ ਹੋ। ਜਿਹੜੀਆਂ ਪੰਜਾਬ ਤੋਂ ਚੰਡੀਗੜ੍ਹ ਚ ਆਉਂਦੀਆਂ ਉਹਨਾਂ ਨੂੰ ਲੈ ਕੇ ਤੁਸੀਂ ਸਖਤ ਲੱਗਦੇ ਹੋ। ਨਾ ਬਿਲਕੁਲ। ਜਿਹੜੀਆਂ ਦੂਜੀਆਂ ਸਟੇਟਾਂ ਤੋਂ ਵੀ ਬੱਸਾਂ ਆਉਂਦੀਆਂ ਉਹਨਾਂ ਨੂੰ ਵੀ ਬਿਲਕੁਲ ਬਕਾਇਦਾ ਚੈੱਕ ਕੀਤਾ ਜਾਂਦਾ। ਜੇ ਉਹਨਾਂ ਦੀ ਕੋਈ ਲਿਸਟ ਨਹੀਂ ਲਿਆਏ ਤੁਸੀਂ ਜਿਹੜੀ ਮੈਂ ਤੁਹਾਨੂੰ ਅਗਲੀ ਵਾਰ ਉਹਨਾਂ ਦੀ ਵੀ ਲਿਸਟ ਲੈ ਕੇ ਆਉਂਗਾ। ਜੇ ਕੋਈ 2 ਨੰਬਰ 'ਚ ਬੱਸ ਆਉਂਦੀ ਹੋਵੇਗੀ ਉਹਨੂੰ ਇੰਪਾਊਂਡ ਕਰਾਂਗੇ, ਬਕਾਇਦਾ ਉਹਨਾਂ ਦੀਆਂ ਲਿਸਟਾਂ। ਮੈਂ ਤੁਹਾਨੂੰ ਜਿਹੜੀਆਂ ਪਿਛਲੇ ਸਮੇਂ 'ਚ ਅਸੀਂ ਇੰਪਾਊਂਡ ਕੀਤੀਆਂ ਬੱਸਾਂ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਆਉਂਦੀਆਂ ਜਿਨ੍ਹਾਂ ਨਹੀਂ ਟੈਕਸ ਤਾਰਿਆ, ਮੈਂ ਉਹਨਾਂ ਦੀ ਲਿਸਟ ਵੀ ਤੁਹਾਨੂੰ ਭੇਜੂਗਾ, ਉਹਨਾਂ ਨੂੰ ਵੀ ਇੰਪਾਊਂਡ ਕੀਤਾ ਜਾਂਦਾ। ਵੱਖਰਾ ਪਾਰਟ ਹੈ ਨਾ ਉਹਦੇ, ਤੁਸੀਂ ਫੋਕਸ ਤੁਹਾਡਾ ਆਰਬਿਟ ਤੇ ਹੈ। ਨਹੀਂ ਆਰਬਿਟ ਤੇ ਨਹੀਂ, ਬਾਕੀ ਦੇਖ ਲਾਂਗੇ। ਪਹਿਲਾਂ ਆਰਬਿਟ ਲਿਆਓ, ਜਿਹੜੇ ਆਰਬਿਟ ਤੇ ਨਹੀਂ, ਆਰਬਿਟ ਲੱਗ ਰਿਹਾ ਕਿ ਤੁਸੀਂ ਆਪਣੇ ਕੈਬਿਨ ਦੇ ਵਿੱਚ ਬੈਠੇ ਸੀ ਤੁਸੀਂ, ਕਿ ਕੋਈ ਨਹੀਂ ਬਾਕੀ ਬੱਸਾਂ ਦੇਖਦੇ, ਪਹਿਲਾਂ ਆਰਬਿਟ ਵਾਲੀ ਲਿਸਟ ਲਿਆਓ, ਇਹਨਾਂ ਨੂੰ ਦੇਖੀਏ। ਤੁਹਾਡੇ ਕੋਲ ਜਿਹੜੀ ਲਿਸਟ ਹੈ ਜਿਹੜੇ 73 ਪਰਮਿਟ 1997 ਚ ਦਿੱਤੇ ਗਏ, 40-50 ਤਾਂ ਆਰਬਿਟ ਹੀ ਲਿਖੇ, ਫਿਰ ਉਹਨਾਂ ਆਪੇ ਲੈ ਲੈਣਾ ਸਾਰੇ ਪਰਮਿਟ। ਮੈਂ ਉਹੀ ਕਹਿ ਰਿਹਾ, ਲੋਕਾਂ ਨੂੰ ਵੀ ਤੁਸੀਂ ਪੂਰਾ ਫੋਕਸ ਕਰ ਲਿਆ ਕਿ ਆਰਬਿਟ ਲਿਆਓ, ਆਰਬਿਟ ਦੇ ਮੈਂ ਸਾਰੇ ਇੱਕ ਵਾਰੀ ਦੇਖਾਂ ਪਹਿਲਾਂ। ਸ਼ੁਕਲਾ ਸਾਹਿਬ ਇਹ ਲੋਕਾਂ ਨੂੰ ਵੀ ਪਰਮਿਟ ਦਿੰਦੇ, ਅੱਜ ਨਾਲ 40-50 ਹੋਰ ਭਾਈਵਾਲ ਖਲੋਤੇ ਹੁੰਦੇ। ਕਹਿੰਦੇ ਸਿਆਸਤ ਦੇ ਵਿੱਚ ਜਿਹੜਾ ਬਾਦਲਾਂ ਨੂੰ ਟਾਰਗੇਟ ਕਰਦਾ ਉਹ ਛੇਤੀ ਲਾਈਮਲਾਈਟ ਦੇ ਵਿੱਚ ਆ ਜਾਂਦਾ। ਰਾਜਾ ਵੜਿੰਗ ਦਾ ਤੁਸੀਂ ਖੁਦ ਹੀ ਜ਼ਿਕਰ ਕੀਤਾ ਵੀ ਇਲੈਕਸ਼ਨ ਦਾ ਨੇੜੇ ਸੀ ਤੇ ਐਂ ਕਰ ਲਿਆ। ਇਹ ਕਿਉਂ ਨਾ ਸਮਝਿਆ ਜਾਵੇ ਕਿ ਲਾਲਜੀਤ ਭੁੱਲਰ ਲਾਈਮਲਾਈਟ 'ਚ ਕਿਉਂ ਨਹੀਂ ਆਉਣਾ? ਨਹੀਂ ਦੇਖੋ, ਅਸੀਂ ਤੇ ਕਾਨੂੰਨ, ਮੈਂ ਪਹਿਲਾਂ ਬੋਲਿਆ ਹੀ ਨਹੀਂ, ਅਸੀਂ ਤੇ ਕਾਨੂੰਨ ਅਨੁਸਾਰ ਕਾਰਵਾਈ ਕਰਤੀ। ਉਹ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਲਾਲਜੀਤ ਭੁੱਲਰ ਨੂੰ ਜਿਹੜਾ ਲੀਗਲ ਨੋਟਿਸ ਭੇਜਣਾ ਹੈ, ਉਹ ਤੁਸੀਂ ਸੁਣਿਆ ਨਾ, ਉਹਨਾਂ ਨੇ ਤੁਹਾਡੇ ਬਿਆਨ ਤੋਂ ਬਾਅਦ ਨਾ ਮੈਂ ਬਿਆਨ ਨਹੀਂ ਪਹਿਲਾਂ ਦਿੱਤਾ ਕੋਈ, ਉਹ ਪਿਛਲੀ ਪੁਰਾਣੀ ਵੀਡੀਓ ਚੱਲਦੀ ਪਈ ਸੀ, ਸਿਰਫ ਆਪਾਂ ਕਾਨੂੰਨ ਅਨੁਸਾਰ ਕਾਰਵਾਈ ਕੀਤੀ। ਅੱਜ ਸਵੇਰੇ ਹੀ ਜਿਹੜੇ ਕੋਈ ਵੀ ਬਿਆਨ ਦਿੱਤੇ ਆ ਉਹ ਅੱਜ ਉਹਨਾਂ ਦੀ ਜਿਹੜਾ ਲੀਗਲ ਨੋਟਿਸ ਵਾਲਾ ਬਿਆਨ, ਉਹਦੇ ਬਾਅਦ ਹੀ ਮੈਂ ਬੋਲਿਆ। ਲਾਈਮਲਾਈਟ 'ਚ ਬਾਦਲ ਸਾਹਿਬ ਰਹਿਣਾ ਚਾਹੁੰਦੇ ਆ, ਉਹਨਾਂ ਨੇ ਕਿਹਾ ਕਿ ਲੀਗਲ ਨੋਟਿਸ ਦੇਣਾ। ਬਾਕੀ ਮੈਂ ਲੀਗਲ ਨੋਟਿਸ ਲਈ ਵੀ ਤਿਆਰ ਬੈਠਾ। ਮੈਂ ਕੋਈ ਇਹ ਨਹੀਂ ਵੀ ਜੇ ਕੋਈ ਧਮਕੀ ਦਊਗਾ ਮੈਂ ਉਹ ਤੋਂ ਡਰ ਜਾਊਂਗਾ। ਵੇਖੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਆ, ਸੱਚ ਨਾਲ ਤੁਰੇ ਆ, ਸੱਚਾਈ ਨਾਲ ਡਟੇ ਰਵਾਂਗੇ, ਖੜੇ ਰਹਾਂਗੇ। ਤੇ ਮੈਂ ਇੱਕ ਲੀਗਲ ਨੋਟਿਸ ਦੀ ਇੱਕ ਹੋਰ ਗੱਲ ਤੁਹਾਨੂੰ ਸੁਣਾ ਦੇਣਾ, ਜ਼ਿਕਰ ਕਰਦਾ। ਇਸੇ ਪਰਿਵਾਰ ਦੇ ਜਵਾਈ ਸਾਹਿਬ ਨੇ ਪੱਟੀ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਨਾਂ ਨਾਲ ਹੀ ਮੇਰੀ ਇਲੈਕਸ਼ਨ ਹੋਈ, ਉਹਨਾਂ ਤੋਂ ਜਿੱਤ ਕੇ ਮੈਂ ਵਿਧਾਨ ਸਭਾ ਦੇ ਵਿੱਚ ਆਇਆ। ਪੱਟੀ ਹਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ, ਜਿਨ੍ਹਾਂ ਨੇ ਨਿਮਾਣੇ ਜੇ ਛੋਟੇ ਜੇ ਪਰਿਵਾਰ ਚੋਂ ਉੱਠੇ ਲਾਲਜੀਤ ਭੁੱਲਰ ਨੂੰ ਜਿਤਾ ਕੇ MLA ਮੰਤਰੀ ਬਣਾਇਆ। ਤੇ ਉਹਨਾਂ ਨੂੰ ਰਾ ਕੇ ਤੇ ਉਹਨਾਂ ਨੇ ਵੀ ਮੈਨੂੰ ਇੱਕ ਲੀਗਲ ਨੋਟਿਸ ਭੇਜਿਆ। ਉਹਨਾਂ ਨੇ ਅੱਜ ਤੋਂ 3-4 ਮਹੀਨੇ ਪਹਿਲਾਂ ਮੇਰੇ ਤੇ ਰਿਟ ਪਾਈ ਮਾਨਯੋਗ ਹਾਈ ਕੋਰਟ ਦੇ ਵਿੱਚ। ਉਹਦੇ 'ਚ ਇਹ ਲਿਖਿਆ ਕਿ ਲਾਲਜੀਤ ਭੁੱਲਰ ਝੂਠ ਬੋਲ ਕੇ ਜਿੱਤ ਕੇ ਆਇਆ। ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ 18 ਸਾਲ ਤੋਂ ਉੱਪਰ ਦੀ ਉਮਰ ਦੀਆਂ ਜਿਹੜੀਆਂ ਔਰਤਾਂ ਉਹਨਾਂ ਨੂੰ 1000 ਰੁਪਇਆ ਦੇਵਾਂਗੇ ਹਰ ਮਹੀਨੇ। ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ 300 ਯੂਨਿਟ ਬਿਜਲੀ ਦਾ ਜਿਹੜਾ ਉਹ ਮਾਫ ਕਰਾਂਗੇ ਹਰ ਮਹੀਨੇ ਦਾ। ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਪੂਰੇ ਪੰਜਾਬ 'ਚ ਜਿਹੜੇ ਮੁਹੱਲਾ ਕਲੀਨਿਕ ਖੋਲਣੇ ਆ ਉੱਥੇ ਇਲਾਜ ਲੋਕਾਂ ਦਾ ਫ੍ਰੀ ਹੋਵੇਗਾ। ਤੇ ਇਹਦੇ ਮੈਨੀਫੈਸਟੋ 'ਚ ਪੂਰੇ ਪੰਜਾਬ 'ਚ ਅਸੀਂ ਪ੍ਰਚਾਰ ਕੀਤਾ। ਤੇ ਉਹਨਾਂ ਨੇ ਮੇਰੇ ਤੇ ਹਾਈ ਕੋਰਟ 'ਚ ਰਿਟ ਪਾਈ ਹੈ ਕਿ ਝੂਠ ਮਾਰ ਕੇ ਇਹ ਆਹ ਗੱਲਾਂ ਕਹਿ ਕੇ ਜਿੱਤ ਕੇ ਆਇਆ। ਚਲੋ ਇਹ ਤੇ ਪੋਲੀਟੀਕਲ ਇਸ਼ੂ ਨੇ ਨਾ, ਸੁਖਬੀਰ ਬਾਦਲ ਤੇ ਟੈਕਨੀਕਲ ਇਸ਼ੂ ਦੀ ਗੱਲ ਕਰ ਰਹੇ ਆ। ਉਹ ਤੇ ਟੈਕਨੀਕਲੀ ਉਹ ਕਹਿ ਰਹੇ ਆ ਵੀ ਤੁਸੀਂ ਜਿਹੜਾ ਇੱਕ ਪ੍ਰਾਈਵੇਟ ਬਿਜ਼ਨਸ ਕਰਦਾ ਹੈ ਉਹਨੂੰ ਸਿੱਧਾ ਮਾਫੀਆ ਕਰਾਰ ਦੇ ਕੇ ਤੇ ਉਹਨਾਂ ਦੀ ਮਾਣਹਾਨੀ ਕਰ। ਦੇਖੋ ਇਹ ਆਪਦੇ ਪਰਮਿਟ ਸਿੱਧੇ ਕਰਨ, ਇਹ ਆਪਦੀਆਂ ਬੱਸਾਂ ਦੇ ਜਿਹੜੇ ਰੂਟ ਨੇ ਉਹ ਸਹੀ ਚਲਾਉਣ। ਤੇ ਇਹਨਾਂ ਨੂੰ ਨਾ ਕੋਈ ਮਾਫੀਆ ਸ਼ਬਦ ਲੈ ਕੇ ਬੋਲੇ। ਮਾਫੀਆ ਤੇ ਆਪ ਹੀ ਆਪਾਂ ਪਾਉਂਦੇ ਨੇ ਜਦੋਂ ਗਲਤ ਕੰਮ ਕਰਾਂਗੇ, ਉਹ ਫਿਰ ਮਾਫੀਆ ਦੇ ਨਾਂ ਨਾਲ ਹੀ। ਵੇਖੋ ਲੰਮੇ ਸਮੇਂ ਤੋਂ ਇਹਨਾਂ ਨੇ ਰਾਜਨੀਤੀ ਦੇ ਵਿੱਚ ਪੰਜਾਬ ਦੀ ਵਾਗਡੋਰ ਜਿਹੜੀ ਸਾਂਭ ਛੱਡੀ। ਜੋ ਕੁਝ ਹੋਇਆ, ਬੱਸਾਂ ਵੀ ਆਪਦੀਆਂ, ਪਰਮਿਟ ਵੀ ਆਪਦੇ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਸਾਰਾ ਕੁਝ ਇਹਨਾਂ ਦੇ ਹੱਥ 'ਚ, ਕਲਮ ਇਹਨਾਂ ਦੇ ਹੱਥ 'ਚ। ਜੋ ਕੁਝ ਕੀਤਾ ਇਹਨਾਂ ਦੀ ਕਲਮ ਆਪੇ ਹੀ, ਸਾਰਾ ਕੁਝ ਆਪਦੇ ਹੱਕ 'ਚ, ਆਪਦੇ ਹਿੱਤ 'ਚ। ਚਲੋ ਅਕਾਲੀ ਦਲ ਨੂੰ ਤੇ 6 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਏ ਨੂੰ, ਤੁਸੀਂ ਕਾਂਗਰਸ ਦੇ ਵੀ ਕੋਈ ਪਿਛਲੇ ਟੈਨਿਓਰ ਦੇ ਘਪਲੇ ਕੱਢੇ ਆ ਕੋਈ? ਵੇਖੋ ਟਰਾਂਸਪੋਰਟ ਮਹਿਕਮੇ 'ਚ
ਵੇਖੋ ਜੇ ਬੱਸਾਂ ਦੀਆਂ ਬੋਡੀਆਂ ਦੀ ਚੈਸੀਆਂ ਦੀ ਇਨਕੁਆਇਰੀ ਕਰਾਈ ਸਾਰਾ ਕੁਝ ਕਿਉਂਕਿ ਰੌਲਾ ਪੈਂਦਾ ਰਿਹਾ ਉਹ ਸਾਰਾ ਕੁਝ ਅਜੇ ਵੀ ਜਿਹੜਾ ਉਹ ਪ੍ਰੋਸੈਸ ਜਿਹੜਾ ਚੱਲ ਰਿਹਾ ਜੇ ਕੋਈ ਗਲਤ ਹੋਵੇਗਾ ਉੱਤੇ ਵੀ ਕਾਰਵਾਈ ਹੋਏ ਨਹੀਂ ਕਿ ਅਕਾਲੀ ਦਲ ਨੂੰ ਵੇਖੋ ਜੇ ਹੁਣ ਪਰਮਿਟ ਅਕਾਲੀ ਦਲ ਵਾਲਿਆਂ ਕੋਲ ਜਿਹੜੇ ਗਲਤ ਨੇ ਤੇ ਆਪਾਂ ਇਹ ਤੇ ਕਹਿ ਨਹੀਂ ਸਕਦੇ ਵੀ ਆਈਡੀ ਆਰਬਿਟ ਦੀ ਬੱਸ ਆ ਇਹ ਚਰਨਜੀਤ ਚੰਨੀ ਦੀ ਆ ਇਹ ਕੈਪਟਨ ਅਮਰਿੰਦਰ ਸਿੰਘ ਦੀ ਆ ਜਿਹਦੀ ਉਹ ਟਰਾਂਸਪੋਰਟ ਆ ਗਲਤ ਪਰਮਿਟ ਆ ਆਪਾਂ ਤੇ ਉਹਦੀ ਬੱਸ ਹੀ ਰੋਕ ਸਕਦੇ ਆ ਨਾ ਜੇ ਵੇਖੋ ਜੇ ਹੋਰ ਵੀ ਕਿਸੇ ਭਾਵੇਂ ਸਾਡੀ ਪਾਰਟੀ ਆਮ ਆਦਮੀ ਪਾਰਟੀ ਨਾਲ ਰਿਲੇਟਡ ਹੋਵੇ ਕੋਈ ਬੰਦਾ ਕੋਈ ਵੀ ਪਰਸਨ ਹੋਵੇ ਜੇ ਗਲਤ ਪਰਮਿਟ ਤੇ ਬੱਸ ਚਲਾਏਗਾ ਉੱਤੇ ਕਾਨੂੰਨੀ ਕਾਰਵਾਈ ਪਰ ਜੇ ਤੁਸੀਂ ਬਿਜ਼ਨਸਮੈਨ ਨੂੰ ਥੋੜਾ ਜਿਹਾ ਨੇੜੇ ਤੋਂ ਦੇਖੋ ਨਾ ਭੁੱਲਰ ਸਾਹਿਬ ਤਾਂ ਜਿਹੜੇ ਵਪਾਰ ਕਰਦੇ ਨੇ ਉਹ ਬਹੁਤ ਟੈਕਨੀਕਲ ਤਰੀਕੇ ਨਾਲ ਖੁਦ ਦਾ ਬਚਾਅ ਕਰਕੇ ਫੇਰ ਗੱਲ ਕਰਦੇ ਨੇ ਕਿ ਉਹਨਾਂ ਦੇ ਕੋਲ ਸੀਏ ਦੀ ਟੀਮ ਵੀ ਹੁੰਦੀ ਹੈ ਉਹਨਾਂ ਦੇ ਕੋਲ ਲੀਗਲ ਐਕਸਪਰਟਸ ਵੀ ਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਕਿੱਥੇ ਗਲਤ ਹੈ ਕਿੱਥੇ ਠੀਕ ਹੈ ਮਤਲਬ ਮੈਂ ਰਾਜਾ ਵੜਿੰਗ ਨੇ ਜਿੰਨੀਆਂ ਵੀ ਕੋਸ਼ਿਸ਼ਾਂ ਕੀਤੀਆਂ ਅਲਟੀਮੇਟਲੀ ਕੋਰਟ ਨੇ ਰਿਲੀਫ ਹੀ ਜਿਹੜਾ ਤੁਸੀਂ ਆਰਬਿਟ ਬਾਰੇ ਵੀ ਕਹਿ ਰਹੇ ਹੋ ਬੱਚੇ ਖਿਡਾਰੀ ਤਾਂ ਹੈ ਬਾਦਲ ਮੈਂ ਪੁੱਛਣਾ ਚਾਹ ਰਿਹਾ ਤੁਸੀਂ ਤਿਆਰੀ ਪੂਰੀ ਕਰ ਲਈ ਹਾਈ ਕੋਰਟ ਦੇ ਵਿੱਚ ਜੇ ਜਾਣਾ ਪੈ ਗਿਆ ਜਾਂ ਫਿਰ ਤੁਹਾਨੂੰ ਉਹਨਾਂ ਨੇ ਹਾਈ ਕੋਰਟ 'ਚ ਚੈਲੰਜ ਕਰ ਲਿਆ ਤਾਂ ਫਿਰ ਕਿਤੇ ਉੱਥੇ ਟਿਕਣਾ ਔਖਾ ਹੋ ਬਿਲਕੁਲ ਆਪਣੀ ਪੂਰੀ ਤਿਆਰੀ ਹੈ ਜਿਹੜੀ ਗੱਲ ਤੁਸੀਂ ਕੀਤੀ ਸੀਏ ਦੀ ਟੀਮ ਇਹਨਾਂ ਦੀ ਜਿਹੜੀ ਲੀਗਲ ਟੀਮ ਆ ਉਹ ਵਾਕਈ ਇਹਨਾਂ ਕੋਲ ਹੈਗੀਆਂ ਤਾਂ ਹੀ ਉਹ ਜੋ ਮਤਲਬ ਰਾਜੇ ਵੜਿੰਗ ਨੇ ਕੀਤਾ ਲੀਗਲ ਨੋਟਿਸ ਤੋਂ ਬਿਨਾ ਤੇ ਉਹਨਾਂ ਨੇ ਉਸੇ ਵੇਲੇ ਹਾਈ ਕੋਰਟ ਤੋਂ ਜਾ ਕੇ ਰਾਹਤ ਲੈ ਲਈ ਫੇਰ ਚੱਲ ਪਈਆਂ ਇਸ ਵਾਰ ਲੀਗਲ ਨੋਟਿਸ ਦੇ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜੋ ਪ੍ਰੋਸੈਸ ਬਣਦਾ ਆਪਾਂ ਉਹਦੇ ਅਨੁਸਾਰ ਕੀਤੀ ਹੈ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਜਿੱਥੇ ਮਰਜ਼ੀ ਇਹ ਸਾਡੇ ਤੇ ਰਿਟ ਪਟੀਸ਼ਨ ਪਾਉਣ ਲੀਗਲ ਨੋਟਿਸ ਭੇਜਣ ਮੈਂ ਤਿਆਰ ਹਾਂ ਹਰ ਕਾਰਵਾਈ ਨੂੰ ਤਿਆਰ ਹਾਂ ਕਿਉਂਕਿ ਅਸੀਂ ਜੋ ਕੀਤਾ ਕਾਨੂੰਨ ਅਨੁਸਾਰ ਕੀਤਾ ਕੋਈ ਪੋਲਿਟਿਕਸ ਨਹੀਂ ਗਈ ਜੋ ਪੰਜਾਬ ਦੇ ਲੋਕਾਂ ਦਾ ਹੱਕ ਤੇ ਹਿੱਤ ਬਣਦਾ ਉਹਦੇ ਅਨੁਸਾਰ ਕੀਤਾ ਤੇ ਜਿਹੜੀ ਤੁਸੀਂ ਪਿਛਲੀ ਸਰਕਾਰ ਦੀ ਇਨਕੁਆਇਰੀ ਦੀ ਗੱਲ ਕਰ ਰਹੇ ਹੋ ਬਾਡੀਆਂ ਦੀ ਜਾਂ ਜੋ ਵੀ ਹੋ ਰਿਹਾ ਸੀ ਕਿ ਰਾਜਸਥਾਨ ਤੋਂ ਸਟੇਟਸ ਹੈ ਵੇਖੋ ਉਹ ਇਨਕੁਆਇਰੀ ਚੱਲ ਰਹੀ ਆ ਔਨ ਪ੍ਰੋਸੈਸ ਆ ਉਹਦੇ ਵਿੱਚ ਜੇ ਕੋਈ ਖਾਮੀ ਪਾਈ ਜਾਵੇਗੀ ਜੇ ਕੋਈ ਗਲਤ ਹੋਵੇਗਾ ਤੇ ਉਹਦੇ ਆਧਾਰ ਤੇ ਕਾਰਵਾਈ ਹੋਵੇਗੀ ਉਹ ਕੋਈ ਵੀ ਜੇ ਵਿੱਚ ਉਹਦੇ ਵਿੱਚ ਭਾਵੇਂ ਕੋਈ ਅਫਸਰ ਹੋਵੇ ਕੋਈ ਲੀਡਰ ਹੋਵੇ ਜੋ ਦੋਸ਼ੀ ਪਾਇਆ ਗਿਆ ਕੋਈ ਟਾਈਮ ਬਾਉਂਡ ਕਰ ਸਕਦੇ ਬਿਲਕੁਲ ਜਲਦੀ ਥੋੜਾ ਟਾਈਮ ਹੀ ਰਹਿ ਗਿਆ ਹੈ ਉਹ ਬਕਾਇਦਾ ਉਹਦਾ ਪ੍ਰੋਸੈਸ ਚੱਲ ਰਿਹਾ ਜੋ ਵੀ ਹੋਵੇਗਾ ਪਾਰਦਰਸ਼ੀ ਹੋਵੇਗਾ ਜੋ ਵੀ ਤੁਹਾਡੇ ਸਾਹਮਣੇ ਜਲਦੀ ਕੋਈ ਰਾਜਾ ਵੜਿੰਗ ਦਾ ਨਾਮ ਆ ਰਿਹਾ ਵੇਖੋ ਰਾਜਾ ਵੜਿੰਗ ਦਾ ਉਹਦੇ 'ਚ ਕੋਈ ਸਾਈਨ ਨਹੀਂ ਅਫਸਰਾਂ ਦੇ ਸਾਈਨ ਆ ਉਹ ਤੇ ਪਤਾ ਲੱਗੇਗਾ ਜੇ ਕੋਈ ਵਾਕਈ ਬੋਡੀ ਦੇ ਵਿੱਚ ਗਲਤ ਮਟੀਰੀਅਲ ਵਰਤਿਆ ਗਿਆ ਜਾਂ ਕੁਝ ਕੀਤਾ ਗਿਆ ਉਹਦੇ ਅਨਸਾਰ ਫਿਰ ਉਹ ਬਣਦੀ ਜੇ ਵਿਭਾਗੀ ਅਫਸਰਾਂ ਨੇ ਸਾਈਨ ਕੀਤੇ ਆ ਜਾਂ ਜੋ ਵੀ ਆ ਜੇ ਉਹ ਅਫਸਰ ਆਉਣਗੇ ਉਹ ਨਾਂ ਲੈਣਗੇ ਨਾ ਵੀ ਕਿੰਨੇ ਕੀਤਾ ਕੀ ਕੁਝ ਕੀਤਾ ਜੇ ਕੁਝ ਮਤਲਬ ਫਿਲਹਾਲ ਤੱਕ ਰਾਜਾ ਵੜਿੰਗ ਨੂੰ ਕਲੀਨ ਚਿੱਟ ਹੈ ਵੇਖੋ ਨਹੀਂ ਕਲੀਨ ਚਿੱਟ ਮੈਂ ਆਪਦੇ ਲੋਣੀ ਕੋਈ ਵੀ ਦਿੰਦਾ ਜੇ ਕੁਝ ਵਿੱਚੋਂ ਨਿਕਲੇਗਾ ਤੇ ਉਹ ਆਪੇ ਆਪ ਵਿੱਚ ਆਉਣਗੇ ਵਿੱਚੇ ਜੇ ਵਿਭਾਗੀ ਅਧਿਕਾਰੀ ਆਏ ਤੇ ਮੌਜੂਦਾ ਸਰਕਾਰ ਦੇ ਜਿਹੜੇ ਮੰਤਰੀ ਜਾਂ ਐਮਐਲਏ ਜਿਨ੍ਹਾਂ ਦਾ ਵਿੱਚ ਰੋਲ ਹੋਊਗਾ ਉਹ ਵੀ ਨਾਲ ਹੀ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਜਿਹੜੀਆਂ 40 ਬੱਸਾਂ ਤੁਸੀਂ ਨਵੀਆਂ ਪਾਉਣ ਜਾ ਰਹੇ ਹੋ ਕਿਹੜੀਆਂ ਹੋਣਗੀਆਂ ਕੋਈ ਕਿਲੋਮੀਟਰ ਸਕੀਮ ਹੋਏਗੀ ਕਿਉਂਕਿ ਪ੍ਰੋਟੈਸਟ ਵੀ ਜ਼ਬਰਦਸਤ ਜਿਹੜੇ ਮੁਲਾਜ਼ਮ ਆ ਉਹ ਕਰਦੇ ਨੇ ਕਹਿੰਦੇ ਆ ਕਿ ਠੇਕੇ ਤੇ ਤੁਸੀਂ ਰੱਖ ਲੈਂਦੇ ਹੋ ਅਸੀਂ ਕਹਿ ਰਹੇ ਹਾਂ ਪੱਕੇ ਤੌਰ ਤੇ ਭਰਤੀ ਕਰੋ ਤੁਸੀਂ ਹੋਰ ਬੱਸਾਂ ਕਿਲੋਮੀਟਰ ਤੇ ਪਾ ਕੇ ਫਿਰ ਉਹੀ ਚੀਜ਼ਾਂ ਹੋ ਰਹੀਆਂ ਮੈਂ ਨਾਲ ਹੀ ਐਡ ਕਰ ਦੇਣਾ ਇੱਕ ਵੋਲਵੋ ਰਾਜਾ ਵੜਿੰਗ ਨੇ ਚਲਾਈ ਸੀ ਥੋੜੀ ਧਿਆਨ ਚ ਹੋਣੀ ਹੈ ਬਠਿੰਡੇ ਤੋਂ ਇਸ ਰੂਟ ਤੇ ਉਹ ਮਹੀਨਾ ਵੀ ਨਹੀਂ ਚੱਲੀ ਹੋਣੀ ਮਹੀਨੇ ਬਾਅਦ ਹੀ ਬੰਦ ਹੋ ਗਈ ਉਹਨਾਂ ਦੀ ਸਰਕਾਰ 'ਚ ਹੀ ਬੰਦ ਹੋ ਗਈ ਉਹਨਾਂ ਦੇ ਟਨਿਓਰ 'ਚ ਹੀ ਬੰਦ ਹੋ ਗਈ ਆਪਾਂ ਹਰ ਜ਼ਿਲ੍ਹੇ ਤੋਂ ਜਿਹੜੀਆਂ ਵੋਲਵੋ ਏਸੀ ਬੱਸਾਂ ਆਪਾਂ ਹਰ ਜ਼ਿਲ੍ਹੇ ਤੋਂ ਚਲਾਵਾਂਗੇ ਕਿਸੇ ਜ਼ਿਲ੍ਹੇ ਤੇ ਵਿੱਚ ਵੀ ਇਹੋ ਜਿਹੀ ਗੱਲ ਨਹੀਂ ਜੇ ਆਪਾਂ ਕਿਸੇ ਚੀਜ਼ ਨੂੰ ਰੋਕਦੇ ਆ ਜਾਂ ਬੈਨ ਕਰਦੇ ਆ ਤਾਂ ਲੋਕਾਂ ਦਾ ਇਹ ਸਵਾਲ ਹੁੰਦਾ ਵੀ ਸਾਨੂੰ ਇਹਦਾ ਬਦਲ ਕੀ ਬਿਲਕੁਲ ਕਿਉਂਕਿ ਹਰ ਕੋਈ ਅੱਜਕੱਲ ਈਜ਼ੀ ਸਫ਼ਰ ਚਾਹੁੰਦਾ ਹੈ ਕੋਈ ਪੈਸੇ ਲੋਕ ਵੱਧ ਲਾ ਦਿੰਦੇ ਆ ਪਰ ਈਜ਼ੀ ਸਫ਼ਰ ਚਾਹੁੰਦੇ ਆ ਤੇ ਜੇ ਉਹੀ ਚੀਜ਼ ਗਵਰਨਮੈਂਟ ਪ੍ਰੋਵਾਈਡ ਕਰਵਾ ਦੇ ਉਹਨਾਂ ਨੂੰ ਘੱਟ ਰੇਟ ਤੇ ਤਾਂ ਫਿਰ ਉਹਨਾਂ ਨੂੰ ਇਦੋਂ ਵਧੀਆ ਉਹਦਾ ਬਦਲ ਤੇ ਦੇਣਾ ਬਣਦਾ ਮੈਂ ਸਿੱਧਾ ਲੋਕਾਂ ਨਾਲ ਜੁੜਿਆ ਇਹਦੇ ਵਿੱਚ ਹੀ ਐਡ ਕਰ ਦਵਾਂ ਕਿ ਕੋਈ ਬਠਿੰਡੇ ਤੋਂ ਬੈਠਿਆ ਉਹਨੇ ਚੰਡੀਗੜ੍ਹ ਆਣਾ ਤੇ ਬੱਸ ਆ ਕੇ ਜ਼ਿਰਕਪੁਰ ਤਾਰ ਦੇਵੇ ਤਾਂ ਬੜਾ ਹਰਾਸਮੈਂਟ ਉਹਨੂੰ ਹੋਏਗੀ ਉਹ ਕਹੇਗਾ ਕਿ ਮੰਤਰੀ ਸਾਹਿਬ ਆ ਕੀ ਕਰਤਾ ਚੰਗੇ ਭਲੇ 43 ਪਹੁੰਚ ਜਾਂਦੇ ਸੀ ਉਹਨੇ ਪੈਸੇ ਜ਼ਿਰਕਪੁਰ ਤੋਂ 43 ਦੇ ਲੈ ਲੈਣੇ ਜਿੰਨੀ ਬੱਸ ਦੀ ਖੱਜਲ ਖੁਆਰ ਹੋ ਰਹੇ ਆ ਆਟੋ ਵਾਲਿਆਂ ਨੇ ਮੋਹਾਲੀ ਤਾਰ ਤਾਂ ਮੋਹਾਲੀ ਤੋਂ ਪਤਾ ਨਹੀਂ ਅੱਗੇ ਜਾਣਾ ਕਿਵੇਂ ਨਹੀਂ ਜਾਣਾ ਉਹ ਕਹਿਣਗੇ ਤਾਂ ਸਾਨੂੰ ਬੜਾ ਪਰੇਸ਼ਾਨ ਕਰਤਾ ਮਤਲਬ ਬਦਲ ਤੇ ਕੰਮ ਕਰਨਾ ਬੜਾ ਜ਼ਰੂਰੀ ਬਿਲਕੁਲ ਅਸੀਂ ਕਿਸੇ ਵੀ ਭੈਣ ਭਰਾ ਨੂੰ ਖੱਜਲ ਨਹੀਂ ਹੋਣ ਦਵਾਂਗੇ ਜਿੱਥੇ ਜਿੱਥੇ ਵੀ ਜ਼ਰੂਰਤ ਹੋਵੇਗੀ ਏਸੀ ਵੋਲਵੋ ਬੱਸਾਂ ਦੀ ਉੱਥੇ ਅਸੀਂ ਚਲਾਵਾਂਗੇ ਕਿਸੇ ਕੋਲੋਂ ਕਸਰ ਨਹੀਂ ਰਹਿੰਦੇ ਵੇਖੋ ਮਾਨਯੋਗ ਸਾਡੇ ਰਾਸ਼ਟਰੀ ਕਨਵੀਨਰ ਸੀਐਮ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਦਿੱਲੀ 에ਅਰਪੋਰਟ ਨੂੰ ਸਰਕਾਰੀ ਬੱਸਾਂ ਚਲਾਈਆਂ ਜਿਹੜੀ ਕਿ ਲੋਕਾਂ ਦੀ ਬੜੀ ਲੰਮੇ ਸਮੇਂ ਦੀ ਡਿਮਾਂਡ ਸੀ ਉਹ ਤਾਂ ਰਾਜਾ ਵੜਿੰਗ ਵੀ ਧਰਨੇ ਦਿੰਦੇ ਰਹੇ ਉਹ ਕਹਿੰਦੇ ਸਾਡੀ ਗੱਲ ਮੰਨੀ ਨਹੀਂ ਜਦੋਂ ਆਪਦੀ ਸਰਕਾਰ ਆ ਗਈ ਉਦੋਂ ਮਿੰਟ 'ਚ ਪਰਮਿਸ਼ਨ ਦੇਤੀ ਪੋਲੀਟੀਕਲ ਵਨ ਡਾਟਾ ਸੀ ਨਾ ਇਹਨਾਂ ਦਾ ਰਾਜਾ ਵੜਿੰਗ ਉਹ ਚਲਾਉਣ ਦੀ ਕੋਸ਼ਿਸ਼ ਤੁਸੀਂ ਰਾਜਾ ਵੜਿੰਗ ਨੂੰ ਪਰਮਿਸ਼ਨ ਕਿਉਂ ਨਹੀਂ ਦਿੱਤੀ ਉਸ ਵੇਲੇ ਵੀ ਦਿੱਤੀ ਜਾ ਸਕਦੀ ਸੀ ਸਾਡੀ ਸਰਕਾਰ ਵੱਲੋਂ ਪਰਮਿਸ਼ਨ ਇਹ ਸਿਰਫ ਧਰਨੇ ਲਾਉਂਦੇ ਰਹੇ ਨਾ ਕਾਗਜ਼ੀ ਕਾਰਵਾਈ ਤੇ ਕਰਦੇ ਨਹੀਂ ਰਹੇ ਧਰਨੇ ਲਾ ਕੇ ਥੋੜਾ ਕੋਈ ਹੱਲ ਹੋਣਾ ਕਾਗਜ਼ੀ ਕਾਰਵਾਈ ਕਰਾਂਗੇ ਤੇ ਉਹਦੇ ਨਾਲ ਹੀ ਸਾਰਾ ਕੰਮ ਹੋਣਾ ਵੇਖੋ ਆਮ ਆਦਮੀ ਪਾਰਟੀ
ਉਹ ਪਾਰਟੀ ਆ ਜਿਹੜੀ ਲੋਕਾਂ ਦਾ ਸੋਚਦੀ ਆ। ਇਹ ਆਪਾਂ ਰਾਜਾ ਵੜਿੰਗ ਇਕੱਲੇ ਦੀ ਨਾ ਗੱਲ ਕਰੀਏ, ਰਾਜਾ ਵੜਿੰਗ ਤੇ ਮਗਰਲੇ 3 ਮਹੀਨਿਆਂ ਚ ਆਇਆ। ਪਹਿਲਾਂ ਜਿਹੜੇ ਪੌਣੇ 5 ਸਾਲ ਸਨ ਉਹਦੇ ਚ ਇਹਨਾਂ ਨੇ ਕੀ ਕੀਤਾ? ਉਹਦੇ ਚੁੱਪ ਕਰਕੇ ਬੈਠੇ ਰਹੇ, ਕਿਉਂਕਿ ਇਹ ਕਿਤੇ ਨਾ ਕਿਤੇ ਇਹ ਸਮਝ ਆਉਂਦਾ ਵੀ ਇੰਡੋ ਕੈਨੇਡੀਅਨ ਪੰਜਾਬ ਚੋਂ ਸਾਰੇ ਜ਼ਿਲ੍ਹਿਆਂ ਤੋਂ ਦਿੱਲੀ 에ਅਰਪੋਰਟ ਨੂੰ ਚੱਲਦੀ, ਉਹਨੂੰ ਨਫਾ ਦੇਣ ਲਈ, ਉਹਨੂੰ ਮੁਨਾਫਾ ਦੇਣ ਲਈ ਇਹ ਸਾਡੀ ਜਿਹੜੀ ਪੰਜਾਬ ਰੋਡਵੇਜ਼ ਜਾਂ PRTC ਪਨ ਬੱਸ ਦੀਆਂ ਬੱਸਾਂ ਨਹੀਂ ਕਾਂਗਰਸ ਗਵਰਨਮੈਂਟ ਵੱਲੋਂ ਚਲਾਈਆਂ ਗਈਆਂ। ਬੱਸਾਂ ਸੋਹਣੀਆਂ ਰੱਖਿਓ, ਲੋਕ ਤਾਂ ਹੀ ਚੜਦੇ। ਬਿਲਕੁਲ ਬੱਸਾਂ ਸੋਹਣੀਆਂ ਰੱਖਾਂਗੇ। ਜੇ ਕਹਿੰਦੇ ਰੋਡਵੇਜ਼ ਦੀ ਲਾਰੀ ਉਹ ਪੁਰਾਣਾ ਹੈ ਨਾ ਬੂਹਾ ਨਾ ਬਾਰੀ, ਜੇ ਉਹ ਹਾਲ ਹੋਇਆ ਫੇਰ ਨਹੀਂ ਚੜਨਾ ਕਿਸੇ ਨੇ, ਲੋਕ ਪਰੇਸ਼ਾਨ ਵੱਖਰੇ ਹੋਣਗੇ। ਕਿਉਂਕਿ ਸਾਡੀਆਂ ਬੱਸਾਂ ਜਿਹੜੀਆਂ ਬਹੁਤ ਵਧੀਆ ਕੁਆਲਿਟੀ ਦੀਆਂ ਹੋਣਗੀਆਂ ਤੇ ਕਿਸੇ ਨੂੰ ਪਰੇਸ਼ਾਨੀ ਨਹੀਂ ਕਿਉਂਕਿ ਅੱਜ ਤੱਕ ਭੁੱਲਰ ਸਾਹਿਬ ਇਹੀ ਸੁਣਦੇ ਰਹੇ ਆ ਵੀ ਪੰਜਾਬ ਰੋਡਵੇਜ਼ ਘਾਟੇ 'ਚ ਹੈ, PRTC ਘਾਟੇ 'ਚ ਹੈ, ਕਦੇ ਉਹ ਮੁਨਾਫੇ 'ਚ ਵੀ ਆਊਗੀ ਕਿ ਆਊਗੀ? ਮੁਨਾਫੇ 'ਚ ਆਊਗੀ। ਇੱਕ ਹੋਰ, ਪਿਛਲੇ ਸਾਲ ਨਾਲੋਂ ਇਸ ਸਾਲ ਆਪਾਂ 50% ਦੇ ਲਗਭਗ ਮੁਨਾਫੇ ਦੇ ਵਿੱਚ ਆ ਕਿ PRTC ਪਨ ਬੱਸ ਇਹ ਸਾਡੀਆਂ ਜਿਹੜੀਆਂ 50% ਮੁਨਾਫੇ ਦੇ ਵਿੱਚ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੁਨਾਫੇ ਚ ਆਉਣਗੀਆਂ। ਜੇ ਆਪਾਂ ਰਜਿਸਟ੍ਰੇਸ਼ਨ ਫੀਸਾਂ ਦੀ ਗੱਲ ਕਰ ਲਈਏ, ਹੋਰ ਵੀ ਜਿੰਨੀ ਆਲ ਓਵਰ ਇਨਕਮ ਹੈ ਸਾਰੀ ਵਧੀ ਹੈ। ਜੀ ਸਾਡੇ ਕੋਲ ਸਮਾਂ ਖਤਮ ਹੋ ਰਿਹਾ, ਪਰ ਇੱਕ ਆਖਰੀ ਛੋਟਾ ਸਵਾਲ ਜ਼ਰੂਰੀ ਹੈ EMPLOYEES ਦੇ ਨਾਲ ਜੁੜਿਆ ਹੋਇਆ। ਕੱਚੇ ਰੋਡਵੇਜ਼ ਦੇ ਮੁਲਾਜ਼ਮ ਪੱਕੇ ਹੋਣਗੇ ਕਿ ਨਹੀਂ? ਉਹ ਵਿਚਾਰੇ ਧਰਨੇ ਲਗਾਈ ਜੰਨੇ ਆ, ਸੜਕਾਂ ਜਾਮ ਕਰਦੇ ਆ, ਲੋਕ ਪਰੇਸ਼ਾਨ ਹੁੰਦੇ ਆ, ਫਿਰ ਬੱਸਾਂ ਆਪਣੀਆਂ ਫੇਰ ਰੁਕ ਜਾਂਦੀਆਂ ਸਰਕਾਰ ਦੀਆਂ, ਉਹ ਫੇਰ ਦਿੱਕਤ ਹੁੰਦੀ ਹੈ। ਦੇਖੋ ਜਿਹੜੇ ਡਰਾਈਵਰ ਤੇ ਕੰਡਕਟਰ ਨੇ ਸਾਡੇ ਪਰਿਵਾਰਾਂ ਦੀ ਤਰ੍ਹਾਂ, ਸਾਡੇ ਭੈਣ ਭਰਾ ਨੇ, ਉਹਨਾਂ ਦਾ ਕਿਸੇ ਦਾ ਵੀ ਹੱਕ ਮਾਨ ਸਰਕਾਰ ਵੱਲੋਂ ਨਹੀਂ ਰੱਖਿਆ ਜਾਵੇਗਾ। ਜੋ ਵੀ ਸਰਕਾਰ ਦੀ ਪਾਲਿਸੀ ਤੇ ਪੂਰਾ ਉਤਰਦਾ ਖਰਾ ਉਤਰਦਾ, ਜਿਵੇਂ ਮਾਨ ਸਰਕਾਰ ਨੇ ਇਹ ਕਿਹਾ ਕਿ 10 ਸਾਲ ਤੋਂ ਜਿਹੜਾ ਕੰਟਰੈਕਟ ਬੇਸ ਤੇ 10 ਸਾਲ ਤੋਂ ਪੁਰਾਣਾ ਵਰਕਰ ਆ ਉਹ ਪੱਕਾ ਕੀਤਾ ਜਾਵੇਗਾ, ਰੈਗੂਲਰ ਕੀਤਾ ਜਾਏਗਾ। ਤੇ ਜਿਹੜੇ ਆਊਟਸੋਰਸ ਤੇ ਆ, ਵੇਖੋ ਆਊਟਸੋਰਸ ਵਾਲੇ ਜਿਹੜੇ ਮੁਲਾਜ਼ਮ ਆ ਉਹ ਕੰਟਰੈਕਟ ਤੇ ਹੋਣਗੇ, ਉਹਦੇ ਬਾਅਦ ਉਹਨਾਂ ਦੀ ਜਿਹੜੀ ਗਾਂ ਅੱਗੇ ਗੱਲ ਤੁਰ ਸਕਦੀ ਆ। ਜੇ ਕਿਸੇ ਦਾ ਵੀ ਕੋਈ ਹੱਕ ਆ, ਕਿਸੇ ਦਾ ਹੱਕ ਨਹੀਂ ਰਹਿਣ ਦਿੱਤਾ ਤੁਸੀਂ ਕਹਿ ਰਹੇ ਹੋ ਡਟੇ ਰਹੋ, ਪੱਕੇ ਕਰ ਦਾਂਗੇ। ਬਿਲਕੁਲ, ਮਾਨ ਸਰਕਾਰ ਦਾ ਤੇ ਇਹੋ ਹੀ ਏਜੰਡਾ ਕਿ ਜਿਹਦਾ ਜੋ ਹੱਕ ਹੈ ਉਹਨੂੰ ਹੱਕ ਮਿਲੂਗਾ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਾਦਲਾਂ ਦੀਆਂ ਬੱਸਾਂ ਤੋਂ ਅੱਗੇ ਵੀ ਗੱਲਾਂ ਹੋਣ, ਤਾਂ ਉਹ ਜ਼ਰੂਰੀ ਹੋਣੀ ਵੀ ਚਾਹੀਦੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਧੰਨਵਾਦ ਜੀ ਨਿਊਜ਼ 18 ਦਾ, ਸ਼ੁਕਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਚਲੋ ਅਸੀਂ ਗੱਲਬਾਤ ਕਰਕੇ ਇਹੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਇਸ ਸਮੇਂ ਸਥਿਤੀ ਕੀ ਹੈ ਬੱਸਾਂ ਨੂੰ ਲੈ ਕੇ। ਫਿਲਹਾਲ ਜਿਹੜੀਆਂ ਚੰਡੀਗੜ੍ਹ ਬੱਸਾਂ ਆ ਰਹੀਆਂ ਨੇ ਆਰਬਿਟ, ਉਹਨਾਂ ਦੇ ਉੱਤੇ ਵੱਡਾ ਕੁਐਸਚਨ ਮਾਰਕ ਜ਼ਰੂਰ ਹੈ। ਚੰਡੀਗੜ੍ਹ ਵਾਲੇ ਜਦੋਂ ਐਂਟਰੀ ਬੈਨ ਕਰ ਦੇਣਗੇ, ਬੱਸਾਂ ਰੁਕ ਜਾਣਗੀਆਂ, ਔਰ ਉਸ ਤੋਂ ਬਾਅਦ ਹੁਣ ਲੀਗਲੀ ਤੌਰ ਦੇ ਉੱਤੇ ਕੀ ਹੁੰਦਾ ਉਸ ਤੇ ਵੀ ਨਜ਼ਰ ਆਏਗੀ। ਇਸ ਗੱਲਬਾਤ ਦੇ ਵਿੱਚ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਨੂੰ ਇਜਾਜ਼ਤ ਦਿਓ। ਧੰਨਵਾਦ।